श्री वाहिगुरु साहिब जीओ। श्री नानक पाद पंकज बंदन पाद पंकज बंदना सिमारो अंगद दुख अमरदास गुर श्री गुर रामदास श्री आरजना विघ्न के नाशक विघ्न के श्री गुर हर गोबिंद शोभ समत प्रकाशक श्री हर राय नामो कर जोरी नामो कर कृष्ण बोरी श्री तेग बहादुर परम कृपाला परम श्री गुरु गोबिंद सिंह विशाला तारो तारा पार पौना पौना शेषा पौना पौना शेषा बंदो बार बार जगदीशा जिसमें है अमृत ज्ञान है मानक भगत वैराग श्री गुरु ग्रंथ साहिब उदद बंदों कर अनुराग श्री गुरु शब्द कमाए जिन जीते पंच बेकार तेन संतन को बंदना सिर चरणन पार तार एक ओंकार सतगुरु तेह प्रसाद सच होए
ਵਿਨਾਸ਼ਨ ਸੋਏ ਵਾਹਿਗੁਰੂ ਜੀ ਕੀ ਫਤਿਹ ਹੈ। ਵਿਘਨ ਵਿਨਾਸ਼ਨ ਸੋਏ। ਸਤਿਨਾਮ ਵਾਹਿਗੁਰੂ ਸਾਹਿਬ ਜੀ ਦੋਹਰਾ। ਸ੍ਰੀ ਸਤਿਗੁਰ ਇੱਕ ਦਿਨ ਤੇਰੇ ਸੰਗਤ ਦਰਸ ਆਏ। ਸਿੱਖ ਕਰ ਲੋਕਾ ਨਾਮ ਜਿਸ ਚਰਨ ਕਮਲ ਸਿਰ ਲਾਏ। ਸ੍ਰੀ ਸਤਿਗੁਰ ਇੱਕ ਦਿਨ ਤੇਰੇ ਸੰਗਤ ਦਰਸ ਆਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ ਸ਼ਬਦ ਗੁਰੂ। ਚਵਰ ਤਖਤ ਛਤਰ ਦੇ ਮਾਲਕ ਦਸਾਂ ਪਾਤਸ਼ਾਹੀਆਂ ਦੀ ਜੋਤ ਸਮਰੱਥ ਪ੍ਰਤੱਖ ਹਾਜ਼ਰ ਨਾਜ਼ਰ ਸਤਿਗੁਰੂ ਵਾਲੀਏ ਦੋ ਜਹਾਂ ਹਲਤ ਪਲਤ ਦੇ ਰੱਖਿਅਕ ਧੰਨ ਧੰਨ ਸਾਹਿਬ ਸਤਿਗੁਰੂ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਐਸੇ ਦੀਨ ਦਿਆਲ ਸਤਿਗੁਰੂ ਪਾਤਸ਼ਾਹ ਜੀ ਦੀ ਅਪਰੀ ਅਪਾਰ ਕਿਰਪਾ ਰਹਿਮਤ ਬਖਸ਼ਤ ਦਾ ਸਦਕਾ ਸ਼੍ਰੀ ਕਲਗੀਧਰ ਜੀ, ਸ਼੍ਰੀ ਦਸ਼ਮੇਸ਼ ਪਿਤਾ ਜੀ, ਪੰਥ ਵਾਲੀ ਅੰਮ੍ਰਿਤ ਦੇ ਦਾਤੇ ਸਤਿਗੁਰੂ ਸਾਹਿਬੇ ਕਮਾਲ ਬਾਦਸ਼ਾਹ ਦਰਵੇਸ਼ ਧੰਨ 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 ਸਤਿਗੁਰੂ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਦੇ ਮਹਾਨ ਪਾਵਨ ਪਵਿੱਤਰ ਇਤਿਹਾਸਕ ਮੁਕੱਦਸ ਸਥਾਨ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਜੀ ਵਿਖੇ ਹਾਜ਼ਰੀਆਂ ਭਰਦਿਆਂ ਯਾਤਰਾ ਕਰਦਿਆਂ ਸਾਹਿਬਾਂ ਜੀ ਦੀ ਮਹਾਨ ਗੁਰਸੰਗਤ ਪੰਗਤ ਦਾ ਲਾਹਾ ਲੈ ਰਹੇ ਗੁਰੂ ਸਵਾਰੇ ਗੁਰੂ ਪਾਤਸ਼ਾਹ ਜੀ ਦੀ ਸਾਜੀ ਨਵਾਜੀ ਗੁਰੂ ਸਾਧ ਸੰਗਤ ਜੀਓ ਆਪ ਜੀ ਉਠਭਾਗੇ ਹੋ ਜਿਨ੍ਹਾਂ ਤੇ ਸਾਹਿਬਾਂ ਨੇ ਕਿਰਪਾ ਕੀਤੀ। ਸਾਹਿਬਾਂ ਜੀ ਦੇ ਮਹਾਨ ਅਸਥਾਨ ਤੇ ਨਤਮਸਤਕ ਹੋਣ ਦਾ, ਦਰਸ਼ਨ ਦੀਦਾਰ ਕਰਨ ਦਾ, ਯਾਤਰਾ ਕਰਨ ਦਾ ਸਾਹਿਬਾਂ ਨੇ ਸੁਭਾਗ ਬਖਸ਼ਿਸ਼ ਕੀਤਾ ਹੈ। ਜੀਵਨ ਦੀਆਂ ਸਮੇਂ ਦੀਆਂ ਅਮੋਲਕ ਘੜੀਆਂ ਨੂੰ, ਸਵਾਸਾਂ ਨੂੰ ਸਫਲਿਆਂ ਕਰਨ ਦਾ ਅਵਸਰ ਸਾਹਿਬਾਂ ਨੇ ਬਖਸ਼ਿਸ਼ ਕੀਤਾ ਹੈ। ਸਤਿਗੁਰੂ ਪਾਤਸ਼ਾਹ ਜੀ ਦੇ ਮਹਾਨ ਅਸਥਾਨ ਤੇ ਲੜੀਵਾਰ ਗੁਰੂ ਕੇ ਇਤਿਹਾਸ ਦੀ ਜੀਵਨ ਬਿਰਤਾਂਤ ਦੀ ਵਿਚਾਰ ਚੱਲ ਰਹੀ ਹੈ। ਪਿਛਲੇ ਕਈ ਦਿਨਾਂ ਤੋਂ ਇੱਕ ਪ੍ਰਕਰਨ ਪ੍ਰਾਰੰਭ ਹੋਇਆ ਸੀ ਜਿਸ ਦੀ ਭਾਈ ਸਾਹਿਬ ਜੀ ਨੇ ਕੱਲ੍ਹ ਸਮਾਪਤੀ ਕੀਤੀ ਹੈ। ਪੰਜਵੇਂ ਪਾਤਸ਼ਾਹ ਗੁਰਦੇਵ ਧੰਨ 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 ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਨੇ ਸਮੁੱਚੀ ਮਨੁੱਖਤਾ, ਸਮੂਹ ਮਾਨਵਤਾ ਦੇ ਉੱਪਰ ਬਹੁਤ ਵੱਡਾ ਭਾਰੀ ਉਪਕਾਰ ਕਰਦਿਆਂ ਹੋਇਆਂ ਪਹਿਲੇ ਸਰੂਪ ਦੇ ਵਿੱਚ ਜੋ ਸਾਹਿਬਾਂ ਨੇ ਬਚਨ ਕਹੇ ਸਨ ਕਿ ਸ਼ਬਦ ਗੁਰੂ ਸੁਰਤ ਧੁਨ ਚੇਲਾ, ਉਸ ਸ਼ਬਦ ਗੁਰੂ ਨੂੰ ਸਦੀਵੀ ਕਾਲ ਵਾਸਤੇ ਵਡਿਆਈ ਬਖਸ਼ਣ ਵਾਸਤੇ, ਉਸ ਸ਼ਬਦ ਗੁਰੂ ਦੀ ਮਹਾਨਤਾ ਦਰਸਾਉਣ ਦੇ ਲਈ, ਉਸ ਸ਼ਬਦ ਗੁਰੂ ਨੂੰ ਸੰਭਾਲਣ ਵਾਸਤੇ ਪੰਜਵੇਂ ਸਰੂਪ ਵਿੱਚ ਵੱਡਾ ਉਪਰਾਲਾ ਕੀਤਾ। ਪਾਵਨ ਬਾਣੀ ਦੀਆਂ ਪੋਥੀਆਂ ਤੋਂ ਮਹਾਨ ਗ੍ਰੰਥ ਦੀ ਰਚਨਾ ਸਹਿਬ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਕਰਵਾਈ। ਇੱਕੋ ਇੱਕ ਸੰਸਾਰ ਦਾ ਗ੍ਰੰਥ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਜਿਸ ਦੀ ਸੰਪਾਦਨਾ, ਜਿਸ ਦੀ ਲਿਖਾਈ, ਜਿਸ ਦੀ ਰਚਨਾ ਗੁਰੂ ਸਾਹਿਬਾਨਾਂ ਜੀ ਦੀ ਆਪਣੀ ਹਯਾਤੀ ਵਿੱਚ, ਜੀਵਨ ਕਾਲ ਵਿੱਚ ਹੋਈ ਹੈ। ਬਾਕੀ ਤਮਾਮ ਧਰਮਾਂ ਦੇ ਗ੍ਰੰਥ ਉਹਨਾਂ ਦੇ ਰਹਿਬਰਾਂ ਦੇ ਸੰਸਾਰ ਤੋਂ ਕੂਚ ਕਰ ਜਾਣ ਤੋਂ ਬਾਅਦ ਲੰਮਾ ਸਮਾਂ ਬਾਅਦ ਹੋਂਦ ਵਿੱਚ ਆਏ, ਪਰ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਅੰਮ੍ਰਿਤ ਬਾਣੀ ਨੂੰ ਆਪ ਆਪਣੇ ਸਮੇਂ ਵਿੱਚ ਸੰਭਾਲਿਆ, ਆਪ ਲਿਖਾਇਆ,
ਆਪ ਪ੍ਰਕਾਸ਼ਮਾਨ ਕਰਵਾਇਆ, ਆਪ ਰਹਿਤ ਮਰਿਆਦਾ ਰਹਿਣੀ ਬਹਿਣੀ ਸੈੜੀ ਗੁਰਮਤਿ ਦ੍ਰਿੜ ਕਰਵਾਈ। 2 ਸਾਲ ਦਾ ਸਮਾਂ ਲਗਭਗ ਲੱਗਾ ਜਦੋਂ ਸਤਿਗੁਰੂ ਪਾਤਸ਼ਾਹ ਜੀ ਨੇ ਇਸ ਕਾਰਜ ਨੂੰ ਨੇਪਰੇ ਚਾੜਿਆ ਹੈ, ਸੰਪੂਰਨ ਕੀਤਾ। ਪਾਵਨ ਧਰਤੀ ਸ੍ਰੀ ਗੋਂਦਵਾਲ ਸਾਹਿਬ ਵਿਖੇ ਜਾਣਾ, ਆਉਣ ਵਾਲੇ ਸਮੇਂ ਦਾ ਭਵਿੱਖ ਵੇਖਣਾ ਕਿ ਹਮ ਹੋਵੇ 10 ਥਾਨਾ, ਪਾਛੈ ਸਿੱਖੀ ਕਿਮ ਰਹਿ ਕਿਹ ਟੇਕੇ ਮਾਥਾ, ਪਿਖੀ ਭਵਿੱਖਿਅਤ ਵਾਰਤਾ। ਇਹ ਆਉਣ ਵਾਲੇ ਸਮੇਂ ਦੀ ਸਾਰੀ ਵਾਰਤਾ ਸਾਹਿਬਾਂ ਨੇ 5ਵੇਂ ਸਰੂਪ ਵਿੱਚ ਤੱਕੀ। ਸ਼ਬਦ ਨਿਰਾਲੇ ਕਿਮ ਰਹਿ ਮਿਲੇ ਨਾ ਕਿਹ ਸਾਥਾ। ਇਹ ਸਾਰੀ ਲੰਬੀ ਦੀਰਘ ਵਿਚਾਰ ਕਰਕੇ ਸਤਿਗੁਰੂ ਪਾਤਸ਼ਾਹ ਜੀ ਨੇ ਪਾਵਨ ਬਾਣੀ ਦੀਆਂ ਪੋਥੀਆਂ ਗੋਂਦਵਾਲ ਸਾਹਿਬ ਦੀ ਧਰਤੀ ਤੋਂ ਲਿਆ ਕੇ ਤੇ ਆਪਣੇ ਵੱਲੋਂ ਉਚਾਰਨ ਕੀਤੀ। ਭਗਤ ਸਾਹਿਬਾਨਾਂ ਵੱਲੋਂ ਉਚਾਰਨ ਕੀਤੀ ਬਾਣੀ ਨੂੰ ਇੱਕ ਥਾਂ ਤੇ ਇਕੱਤਰ ਕਰਵਾ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅੰਦਰ ਦਰਜ ਕਰਵਾ ਕਰਕੇ ਜੁਗੋ ਜੁਗ ਅਟਲ ਸਦੀਵੀ ਮਹਾਨ ਗ੍ਰੰਥ ਰਹਿਬਰ, ਜਿਸ ਨੂੰ ਗੁਰੂ ਹੋਣ ਦੀ ਪਦਵੀ ਪ੍ਰਾਪਤ ਹੋਈ 10ਵੇਂ ਸਰੂਪ ਦੇ ਅੰਦਰ ਪੰਚਮ ਪਾਤਸ਼ਾਹ ਮਹਾਰਾਜ ਜੀ ਨੇ ਉਹ ਸਾਰੀ ਤਿਆਰੀ ਪ੍ਰਬੰਧ ਕੀਤੀ, ਸੰਪੂਰਨ ਕੀਤਾ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਅੰਦਰ ਪਹਿਲਾ ਪ੍ਰਕਾਸ਼ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਦੇ ਦੁਆਰਾ ਕਰਵਾਇਆ ਹੈ। ਸਾਰਾ ਦਿਨ ਕੀਰਤਨ ਹੁੰਦਾ ਰਿਹਾ। ਰਾਤ ਪੈ ਗਈ, ਬਾਬਾ ਬੁੱਢਾ ਸਾਹਿਬ ਨੇ ਬੇਨਤੀ ਕੀਤੀ, ਮਹਾਰਾਜ ਇਸ ਮਹਾਨ ਗ੍ਰੰਥ ਦਾ ਰਾਤ ਦੇ ਸਮੇਂ ਸੁਖ ਆਸਨ ਕਿੱਥੇ ਕੀਤਾ ਜਾਏ। ਤਾਂ ਸਾਹਿਬ ਗੁਰੂ ਅਰਜਨ ਦੇਵ ਪਾਤਸ਼ਾਹ ਨੇ ਸਾਰੀ ਮਰਿਆਦਾ ਦੱਸੀ ਕਿ ਕਿਸ ਸਮੇਂ ਕਿਸ ਚੌਕੀ ਦਾ ਕੀਰਤਨ ਕੀਤਾ ਜਾਵੇ। ਅੰਮ੍ਰਿਤ ਵੇਲੇ ਆਸਾ ਜੀ ਦੀ ਵਾਰ, ਇਸੇ ਤਰ੍ਹਾਂ ਹੀ ਦਿਨ ਚੜੇ ਬਿਲਾਵਲ ਦੀ ਚੌਕੀ, ਫਿਰ ਇਸੇ ਤਰ੍ਹਾਂ ਹੀ ਕਾਨੜਾ ਰਾਗ ਦੀ ਚੌਕੀ, ਸੋਦਰ ਰਾਏ ਮਾ ਸਾਹਿਬ ਦੀ ਚੌਕੀ, ਕਲਿਆਣ ਦੀ ਚੌਕੀ। ਸੋ ਇਸ ਤਰ੍ਹਾਂ ਸਤਿਗੁਰੂ ਪਾਤਸ਼ਾਹ ਜੀ ਨੇ ਸਾਰੀ ਮਰਿਆਦਾ ਆਪ ਦ੍ਰਿੜ ਕਰਵਾਈ, ਸਿੱਖ ਸੰਗਤਾਂ ਨੂੰ ਦੱਸੀ ਕਿ ਜਦੋਂ 1.5 ਪਹਿਰ ਰਾਤ ਲੰਘ ਜਾਏ, ਤਕਰੀਬਨ 10 ਸਾਢੇ 10 ਵਜਣ ਗਰਮੀਆਂ ਦੇ ਮੌਸਮ ਵਿੱਚ ਅੱਜ ਵੀ ਉਹ ਮਰਿਆਦਾ ਚੱਲਦੀ ਹੈ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਤਕਰੀਬਨ 10:30 ਵਜੇ ਗਰਮੀ ਦੇ ਮੌਸਮ ਦੇ ਵਿੱਚ ਸੁਖ ਆਸਨ ਕੀਤਾ ਜਾਂਦਾ ਹੈ। ਸੋ ਸਾਹਿਬਾਂ ਨੇ ਸ਼੍ਰੀ ਅਕਾਲ ਤਖ਼ਤ ਸਾਹਿਬ ਵਾਲੇ ਸਥਾਨ 'ਤੇ ਆਪਣੇ ਰਹਿਣ ਵਾਸਤੇ ਇੱਕ ਛੋਟਾ ਜਿਹਾ ਕਮਰਾ ਤਿਆਰ ਕਰਵਾਇਆ ਸੀ, ਜਿਸ ਨੂੰ ਕੋਠਾ ਸਾਹਿਬ ਕਹਿੰਦੇ ਸਨ, ਜਿੱਥੇ ਗੁਰੂ ਅਰਜਨ ਦੇਵ ਪਾਤਸ਼ਾਹ ਬਿਰਾਜਦੇ ਸਨ। ਉੱਥੇ ਹੀ ਸਤਿਗੁਰੂ ਪਾਤਸ਼ਾਹ ਨੇ ਵਚਨ ਕੀਤੇ ਕਿ ਉਸ ਅਸਥਾਨ 'ਤੇ ਰਾਤ ਦੇ ਸਮੇਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਸੁਖ ਆਸਨ ਕੀਤਾ ਜਾਏ। ਸੋ ਕੀਰਤਨ ਸੋਲਾ ਜੀ ਦਾ ਪਾਠ ਕੀਤਾ ਗਿਆ, ਪਾਵਨ ਸਰੂਪ ਦੇ ਸੁਖ ਆਸਨ ਹੋਏ। ਬਾਬਾ ਬੁੱਢਾ ਸਾਹਿਬ ਜੀ ਨੇ ਸਵਾਰਾ ਆਪਣੇ ਸੀਸ 'ਤੇ ਲਿਆ। ਪੰਚਮ ਪਾਤਸ਼ਾਹ ਜੀ ਚੌਰ ਕਰਦੇ ਹੋਏ ਸਿੱਖ ਸੰਗਤਾਂ ਸਮੇਤ ਉਸ ਸਥਾਨ 'ਤੇ ਪਹੁੰਚੇ, ਜਿੱਥੇ ਸੋਹਣਾ ਪਲੰਘਾ ਸਜਾਇਆ ਗਿਆ ਸੀ, ਸੋਹਣੇ ਫੁੱਲ ਉੱਪਰ ਰੱਖੇ ਗਏ ਸਨ। ਸਾਰੀ ਤਿਆਰੀ ਕੀਤੀ ਗਈ ਸੀ। ਰਾਤ ਦੇ ਸਮੇਂ ਉੱਥੇ ਸਾਹਿਬਾਂ ਦਾ ਸੁਖ ਆਸਨ ਕੀਤਾ ਹੈ। ਗੁਰੂ ਅਰਜਨ ਦੇਵ ਪਾਤਸ਼ਾਹ ਆਪ ਪੁੰਜੇ ਹੀ ਚਾਦਰ ਵਿਛਾ ਕਰਕੇ ਬਿਰਾਜੇ ਹਨ। ਇਸ ਤਰ੍ਹਾਂ ਜੁਗ ਜੁਗ ਅਟਲ ਤੁਰਕੀ ਬਾਣੀ ਦਾ ਅਦਬ ਸਤਿਕਾਰ ਕਰਨ ਵਾਸਤੇ ਸਾਹਿਬਾਂ ਨੇ ਗੁਰਸਿੱਖ ਸੰਗਤਾਂ ਨੂੰ ਤਕੀਦ ਕੀਤੀ ਹੈ, ਹੁਕਮ ਕੀਤਾ ਹੈ। ਅੱਗੇ ਗੁਰੂ ਕੇ ਸਿੱਖਾਂ ਦੇ ਪ੍ਰਸੰਗ ਭਾਈ ਸਾਹਿਬ ਜੀ ਸੁਣਾ ਰਹੇ ਨੇ ਕਿ ਗੁਰੂ ਅਰਜਨ ਦੇਵ ਪਾਤਸ਼ਾਹ ਆਪਣੇ ਬਿਰਦ ਦੀ ਪੈਜ ਕਿਵੇਂ ਰੱਖਦੇ ਨੇ। ਜਿਹੜਾ ਸਿੱਖ ਗੁਰੂ ਦਾ ਬਣ ਜਾਏ, ਜਿਹੜਾ ਸਿੱਖ ਗੁਰੂ ਦਾ ਆਸਰਾ ਲੈ ਲਵੇ, ਗੁਰੂ ਸਾਹਿਬ ਉਹਦੀ ਕਿਵੇਂ ਬੌੜੀ ਕਰਦੇ ਨੇ, ਕਿਵੇਂ ਉਹਦੇ ਕਾਰਜ ਸਵਾਰਦੇ ਨੇ। ਇਹ ਕੁਛ ਅੱਗੇ ਘਟਨਾਵਾਂ, ਕੁਛ ਵਾਰਤਾਵਾਂ ਸਾਨੂੰ ਇਹ ਪ੍ਰੇਰਨਾ ਦਿੰਦੀਆਂ ਨੇ। ਭਾਈ ਸਾਹਿਬ ਭਾਈ ਤਲੋਕਾ ਜੀ, ਭਾਈ ਸਾਹਿਬ ਭਾਈ ਕਟਾਰੂ ਜੀ, ਜਿਨ੍ਹਾਂ ਦੇ ਉੱਪਰ ਔਖਾ ਸਮਾਂ ਆਇਆ, ਪਰ ਗੁਰੂ ਅਰਜਨ ਦੇਵ ਪਾਤਸ਼ਾਹ ਦੇ ਚਰਨਾਂ ਦਾ ਧਿਆਨ ਧਾਰਿਆ ਤੇ ਸਾਹਿਬਾਂ ਨੇ ਉਹਨਾਂ ਦਾ ਔਖਾ ਸਮਾਂ ਜਿਹੜਾ ਸੀ ਕਿਵੇਂ ਸੌਖਾ ਕੀਤਾ। ਉਹਨਾਂ ਦੇ ਮਨਾਂ ਅੰਦਰ ਸਤਿਗੁਰੂ ਪਾਤਸ਼ਾਹ ਦੇ ਪ੍ਰਤੀ ਹੋਰ ਭਾਰੀ ਪਿਆਰ, ਪ੍ਰੇਮ, ਆਸਥਾ, ਸ਼ਰਧਾ, ਵਿਸ਼ਵਾਸ ਦ੍ਰਿੜ ਹੋਇਆ। ਇਹ ਵਾਰਤਾਵਾਂ ਜਿਨ੍ਹਾਂ ਜਿਨ੍ਹਾਂ ਸੁਣੀਆਂ, ਜਿਨ੍ਹਾਂ ਜਿਨ੍ਹਾਂ ਪੜ੍ਹੀਆਂ, ਜਿਨ੍ਹਾਂ ਜਿਨ੍ਹਾਂ ਇਸ ਘਟਨਾ ਨੂੰ ਨੇੜੇ ਹੋ ਕੇ ਵੇਖਿਆ,
ਉਹਨਾਂ ਦੇ ਮਨ ਵਿਸ਼ਵਾਸ ਤੇ ਸ਼ਰਧਾ ਨਾਲ ਭਰ ਗਏ ਕਿ ਜੇਕਰ ਕੋਈ ਸਿੱਖ ਸੱਚੇ ਤੇ ਸੁੱਚੇ ਮਨ ਦੁਆਰਾ ਗੁਰੂ ਦਾ ਓਟ ਆਸਰਾ ਲੈਂਦਾ ਹੈ ਤੇ ਗੁਰੂ ਭਾਵੇਂ ਮੀਲਾਂ ਤੇ ਬੈਠਾ ਹੋਵੇ, ਸੈਂਕੜੇ ਕੋਹ ਤੇ ਹੋਵੇ, ਗੁਰੂ ਵਾਸਤੇ ਉਸ ਸਿੱਖ ਦੀ ਸਹਾਇਤਾ ਕਰਨੀ ਕੋਈ ਔਖੀ ਨਹੀਂ ਹੈ। ਸੋ ਸਤਿਗੁਰੂ ਪਾਤਸ਼ਾਹ ਨੇ ਜਿਵੇਂ ਉਹਨਾਂ ਗੁਰਸਿੱਖਾਂ ਦੀ ਪੈਜ ਰੱਖੀ, ਆਪਣੇ ਬਿਰਧ ਦੀ ਆਪ ਲਾਜ ਰੱਖੀ, ਆਪਣੇ ਸੇਵਕਾਂ ਦੀ ਵਡਿਆਈ ਬਰਕਰਾਰ ਕੀਤੀ, ਆਪਣੇ ਸੇਵਕਾਂ ਨੂੰ ਨਿਵਾਜਿਆ, ਉਹਨਾਂ ਦੀ ਸਮਾਜ ਦੇ ਅੰਦਰ ਚੜ੍ਹਤ ਹੋਈ, ਮਾਣ ਤੇ ਸਨਮਾਨ ਪ੍ਰਾਪਤ ਹੋਇਆ। ਉਹ ਭਾਈ ਸਾਹਿਬ ਜੀ ਪ੍ਰਸੰਗ ਜਿਵੇਂ ਸੁਣਾ ਰਹੇ ਨੇ, ਸ਼ਰਧਾ ਪ੍ਰੇਮ ਭਾਵਨਾ ਦੇ ਸਹਿਤ ਸਰਵਣ ਕਰੀਏ ਜੀ। ਸਤਨਾਮ ਵਾਹਿਗੁਰੂ ਸਾਹਿਬ ਜੀ ਦੋਹਰਾ। ਸ੍ਰੀ ਸਤਿਗੁਰ ਇੱਕ ਦਿਨ ਥਿਰੇ, ਸੰਗਤ ਦਰਸਤ ਆਏ। ਇੱਕ ਦਿਨ ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੀਵਾਨ ਵਿੱਚ ਸੱਜੇ ਸਨ। ਬੇਅੰਤ ਸਿੱਖ ਸੰਗਤਾਂ ਸਤਿਗੁਰੂ ਪਾਤਸ਼ਾਹ ਦੇ ਦਰਸ਼ਨਾਂ ਨੂੰ ਆਈਆਂ। ਸਿੱਖ ਤਰ ਲੋਕਾ ਨਾਮ ਜਿਸ, ਚਰਨ ਕਮਲ ਸਿਰ ਲਾਏ। ਇੱਕ ਗੁਰੂ ਕਾ ਸਿੱਖ ਜਿਸ ਦਾ ਨਾਮ ਭਾਈ ਤਲੋਕਾ ਹੈ, ਇਸ ਨੇ ਆ ਕਰਕੇ ਸਾਹਿਬਾਂ ਦੇ ਹਜ਼ੂਰ ਸਤਿਗੁਰੂ ਜੀ ਦੇ ਚਰਨ ਕਮਲਾਂ ਦੇ ਉੱਪਰ ਆਪਣਾ ਸਿਰ ਲਾਇਆ। ਕਿੰਨਾ ਵਡਭਾਗਾ ਸਿੱਖ ਸੀ, ਗੁਰੂ ਅਰਜਨ ਦੇਵ ਪਾਤਸ਼ਾਹ ਦੀ ਚਰਨਾਂ ਦੀ ਸ਼ੋਭ ਮਿਲੀ। ਸਤਿਗੁਰੂ ਪਾਤਸ਼ਾਹ ਜੀ ਨੂੰ ਅਦਬ ਸਤਿਕਾਰ ਨਾਲ ਮੱਥਾ ਟੇਕਿਆ। ਚੌਪਈ ਹਾਥ ਜੋੜ ਤਿੰਨ ਅਰਜ ਗੁਜਾਰੀ, ਮੈਂ ਆਇਓ ਪ੍ਰਭ ਸ਼ਰਨ ਤੁਮਾਰੀ। ਹੱਥ ਜੋੜ ਕੇ ਭਾਈ ਤਲੋਕੇ ਜੀ ਨੇ ਬੇਨਤੀ ਕੀਤੀ, ਅਰਜ ਕੀਤੀ, ਮਹਾਰਾਜ ਮੈਂ ਆਪ ਜੀ ਦੀ ਸ਼ਰਨ ਆਇਆ ਹਾਂ, ਆਪ ਜੀ ਦਾ ਆਸਰਾ ਤੱਕਿਆ ਹੈ। ਜਿਸ ਤੇ ਮੇਰੋ ਹੋਏ ਕਲਿਆਣਾ, ਜੁਗ ਲੋਕਨ ਆਨੰਦ ਮਹਾਨਾ। ਤੇ ਕਿਰਪਾ ਕਰੋ ਮਹਾਰਾਜ, ਐਸਾ ਉਪਦੇਸ਼ ਬਖਸ਼ੋ ਜਿਸ ਕਰਕੇ ਮੇਰੀ ਕਲਿਆਣ ਹੋਵੇ ਤੇ ਜੁਗ ਲੋਕਨ ਹੁੰਦੇ ਦੋ ਲੋਕ, ਆ ਲੋਕ ਤੇ ਪਰਲੋਕ ਲੋਕ, ਦੋਵਾਂ ਲੋਕਾਂ ਵਿੱਚ ਮਹਾ ਆਨੰਦ, ਭਾਰੀ ਆਨੰਦ ਪ੍ਰਾਪਤ ਹੋਵੇ। ਆਸ ਮੁਝ ਕੋ ਦੀਜੈ ਉਪਦੇਸ਼, ਸੁਨਤ ਕਮਾਵਤ ਨਸਹ ਕਲੇਸ਼। ਐਸਾ ਕਿਰਪਾ ਕਰਕੇ ਮੈਨੂੰ ਉਪਦੇਸ਼ ਬਖਸ਼ੋ, ਜਿਸ ਉਪਦੇਸ਼ ਨੂੰ ਸੁਣ ਕਰਕੇ ਕਮਾਉਂਦਿਆਂ ਹੋਇਆਂ ਸਾਰੇ ਕਲੇਸ਼ ਨਸ ਜਾਣ, ਦੂਰ ਹੋ ਜਾਣ। ਸਾਰੇ ਕਲੇਸ਼, ਕਲੇਸ਼ ਦਾ ਅਖਰੀ ਅਰਥ ਦਾ ਝਗੜਾ ਹੀ ਹੁੰਦਾ। 5 ਤਰ੍ਹਾਂ ਦੇ ਕਲੇਸ਼ ਗ੍ਰੰਥਾਂ 'ਚ ਲਿਖੇ ਨੇ। ਅਭਿਨਿਵੇਸ਼ ਹੈ, ਅਸਮਤਾ ਹੈ, ਅਵਿਦਿਆ ਹੈ, ਰਾਗ ਤੇ ਦਵੈਸ਼, ਇਹ 5 ਕਲੇਸ਼ ਨੇ। ਸਾਰੇ ਕਲੇਸ਼ ਨਾਸ਼ ਹੋ ਜਾਣ। ਸੁਨ ਸਤਿਗੁਰ ਕਰ ਦਇਆ ਸੁਨਾਈ, ਸਤਿਨਾਮ ਸੋ ਲਹੁ ਲਿਵਲਾਏ। ਬੇਨਤੀ ਸੁਣ ਕੇ ਸਿੱਖ ਦੀ ਸਤਿਗੁਰੂ ਪਾਤਸ਼ਾਹ ਜੀ ਨੇ ਦਇਆ ਕਰਕੇ ਸਿੱਖਿਆ ਸੁਣਾਈ, ਉਪਦੇਸ਼ ਦਿੱਤਾ, ਸਿੱਖਾ ਸਤਿਨਾਮ ਸਿਮਰਿਆ ਕਰ। ਕਿਵੇਂ ਸਿਮਰਿਆ ਕਰ? ਲਿਵ ਲਾਈ, ਧਿਆਨ ਜੋੜ ਕਰਕੇ, ਮਨ ਇਕਾਗਰ ਕਰਕੇ, ਮਨ ਨੂੰ ਸੰਕਲਪਾਂ ਤੇ ਵਿਕਲਪਾਂ ਤੋਂ ਰਹਿਤ ਕਰਕੇ ਕੋਸ਼ਿਸ਼ ਕਰਿਆ ਕਰ। ਸੋ ਇਸ ਤਰ੍ਹਾਂ ਸਤਿਨਾਮ ਪਰਮਾਤਮਾ ਦੇ ਨਾਮ ਦੇ ਨਾਲ ਲਿਵ ਲਾ ਕਰਕੇ ਰਿਹਾ ਕਰ, ਸਿਮਰਨ ਕਰਿਆ ਕਰ। ਉਠਤ ਬੈਠਤ ਆਵਤ ਜਾਤੇ, ਨੈ ਸਿਮਰਨ ਤਿਆਗੋ ਦਿਨ ਰਾਤੇ। ਉੱਠਦਿਆਂ ਬਹਿੰਦਿਆਂ ਸੁੱਤਿਆਂ ਜਾਗਦਿਆਂ ਹਰ ਵਕਤ ਜੋ ਪਾਵਨ ਬਾਣੀ ਅੰਦਰ ਉਪਦੇਸ਼ ਦਿੱਤਾ ਕਿ ਊਠਤ ਬੈਠਤ ਸੋਵਤ ਧਿਆਈਐ, ਮਾਰਗ ਚਲਤ ਹਰੇ ਹਰ ਗਾਈਏ। ਊਠਤ ਬੈਠਤ ਸੋਵਤ ਨਾਮ, ਕਹੋ ਨਾਨਕ ਜਨ ਕੈ ਸਦਕਾਮ। ਸੋ ਐਸਾ ਜੋ ਪ੍ਰਮਾਤਮਾ ਦਾ ਨਾਮ ਹੈ, ਉਸ ਨੂੰ ਹਮੇਸ਼ਾ ਯਾਦ ਕਰਦੇ ਰਹੋ। ਨੈ ਸਿਮਰਨ ਤਿਆਗੋ ਦਿਨ ਰਾਤੇ, ਰਾਤ ਦਿਨ ਕਦੇ ਵੀ ਸਿਮਰਨ ਦਾ ਤਿਆਗ ਨਹੀਂ ਕਰਨਾ। ਹਮੇਸ਼ਾ ਵਾਸਤੇ ਵਾਹਿਗੁਰੂ ਦੇ ਨਾਮ ਨੂੰ ਚੇਤੇ ਰੱਖਣਾ। ਪਰਮੇਸ਼ਰ ਭਾਣੇ ਕੋ ਮਾਨਾ, ਹਰ ਕੋ ਭਲੀ ਕਰੈ ਇਮ ਜਾਨਾ।
ਪਰਮੇਸ਼ਰ ਜੀ ਦਾ ਭਾਣਾ ਮਨ ਕਰਕੇ ਮਨ ਵਿੱਚ ਤੇ ਹਰ ਕੋ ਖੁਸ਼ ਰਹੋ। ਤੇ ਇਸ ਤਰ੍ਹਾਂ ਮਨ ਵਿੱਚ ਜਾਣੋ ਕਿ ਜੋ ਪਰਮੇਸ਼ਰ ਕਰਦਾ ਭਲੀ ਚੰਗੀ ਕਰਦਾ ਹੈ। ਪਰਮੇਸ਼ਰ ਵੱਲੋਂ ਕੁਛ ਵੀ ਮਾੜਾ ਨਹੀਂ ਕੀਤਾ ਜਾਂਦਾ। ਪਰਮੇਸ਼ਰ ਦੇ ਕੀਤੇ ਤੇ ਕਿੰਤੂ ਪਰੰਤੂ ਸ਼ੱਕ ਨਹੀਂ ਕਰਨਾ। ਦੋਸ਼ ਆਰੋਪੋ ਕੋਇ ਨਾ ਪ੍ਰਭ ਮੈਂ, ਜੋ ਵਿਆਪਕ ਨਭ ਕੀ ਸਭ ਮੈਂ। ਤੇ ਪਰਮੇਸ਼ਰ ਦੇ ਕੀਤੇ ਵਿੱਚ ਕਦੀ ਦੋਸ਼ ਨਹੀਂ ਆਰੋਪਣਾ। ਦੋਸ਼ ਆਰੋਪਣਾ ਕੀ ਹੁੰਦਾ ਹੈ ਕਿ ਕਿਸੇ ਤਰ੍ਹਾਂ ਦਾ ਕੋਈ ਨੁਕਸਾਨ ਹੋ ਜਾਏ, ਕੋਈ ਢਿੱਲ ਮਿੱਠ ਆ ਜਾਏ ਤੇ ਪਰਮੇਸ਼ਰ ਦੇ ਉੱਪਰ ਤਰਕ ਕਰਨੀ, ਕੁਤਰਕ ਕਰਨੀ, ਉਲਾਂਭੇ ਦੇਣੇ, ਗਿਲੇ ਕਰਨੇ, ਸ਼ਿਕਵੇ ਕਰਨੇ, ਇਹ ਦੋਸ਼ ਆਰੋਪਣਾ ਹੈ। ਭਾਵੇਂ ਆਪਣੇ ਮਾੜੇ ਕਰਮਾਂ ਦਾ ਨਤੀਜਾ ਕਿਉਂ ਨਾ ਹੋਵੇ, ਪਰ ਕਈ ਵਾਰੀ ਬੰਦਾ ਕਹਿੰਦਾ ਜੇ ਗੁਆਂਢੀ ਨੇ ਬੁਰਾ ਕਰ ਦਿੱਤਾ, ਇਹਨੇ ਚੰਗਾ ਨਹੀਂ ਲੱਗਾ, ਇਹਨੇ ਨੁਕਸਾਨ ਕਰ ਦਿੱਤਾ। ਤੇ ਸਾਹਿਬਾਂ ਨੇ ਤਾਂ ਹੀ ਆਖਿਆ ਕਿ ਦੋਸ਼ ਨਾ ਦਿਓ ਕਿਸੇ ਜੀ, ਕਿਸੇ ਵੀ ਜੀਅ ਦੇ ਉੱਪਰ ਦੋਸ਼ ਨਹੀਂ ਆਰੋਪਣਾ। ਪਰਮਾਤਮਾ ਦੇ ਉੱਪਰ ਤਾਂ ਫਿਰ ਬਿਲਕੁਲ ਨਹੀਂ। ਕਿਸੇ ਸੰਸਾਰੀ ਮਨੁੱਖ ਦੇ ਉੱਪਰ ਵੀ ਦੋਸ਼ ਨਹੀਂ ਲਾਉਣਾ, ਕਿਹਦੇ ਕਰਕੇ ਇਹ ਹੋਇਆ ਹੈ। ਸੋ ਸਾਹਿਬਾਂ ਨੇ ਆਖਿਆ ਦੋਸ਼ ਆਰੋਪੋ ਕੋਇ ਨਾ ਪ੍ਰਭ ਮੈਂ। ਪਰਮੇਸ਼ਰ ਦੇ ਵਿੱਚ ਕਦੇ ਕਿਸੇ ਤਰ੍ਹਾਂ ਦਾ ਕੋਈ ਦੋਸ਼, ਕੋਈ ਔਗਣ ਨਹੀਂ ਆਰੋਪਣਾ, ਨਹੀਂ ਕਿਸੇ ਤਰ੍ਹਾਂ ਦਾ ਕੋਈ ਦੋਸ਼ ਲਾਉਣਾ। ਜੋ ਵਿਆਪਕ ਨਭ ਕੀ ਸਭ ਮੈਂ। ਨਭ ਹੁੰਦਾ ਆਕਾਸ਼, ਜਿਹੜਾ ਅਕਾਲ ਪੁਰਖ ਆਕਾਸ਼ ਦੀ ਤਰ੍ਹਾਂ ਸਾਰੇ ਥਾਵਾਂ ਤੇ ਪਰਿਪੂਰਨ ਵਿਆਪਕ ਹੈ। ਤਨ ਹੰਤਾ ਕੋ ਤਜ ਅਭਿਆਸ, ਸਨੈ ਸਨੈ ਲਖ ਰੂਪ ਪ੍ਰਕਾਸ਼। ਤਨ ਦੀ ਹੰਤਾ ਜਿਹੜੀ ਹੈ, ਹੰਤਾ ਕੀ ਹੁੰਦੀ ਤਨ ਦੀ ਕਿ ਮੈਂ ਕੁਛ ਹਾਂ। ਮੇਰ ਤੇਰ ਦਾ ਭਾਵ ਇਹਨੂੰ ਹੰਗਤਾ ਆਖਦੇ ਨੇ ਕਿ ਮੈਂ ਕੁਛ ਹਾਂ। ਜਿਹੜੀ ਸਰੀਰ ਦੀ ਹੰਤਾ ਹੈ ਇਹਨੂੰ ਤਜ ਅਭਿਆਸ, ਇਹਨੂੰ ਛੱਡਣ ਦਾ ਅਭਿਆਸ ਕਰਨਾ। ਅਭਿਆਸ ਤੋਂ ਬਿਨਾਂ ਤਨ ਦੀ ਹੰਗਤਾ ਨਹੀਂ ਛੁੱਟੇਗੀ। ਜਦੋਂ ਕੋਈ ਸਹਿਜੇ ਸਹਿਜੇ ਅਭਿਆਸ ਕਰੇਗਾ, ਨਾਮ ਸਿਮਰਨ ਕਰੇਗਾ, ਉਹਨੂੰ ਆਪਣੇ ਫੁਰਨਿਆਂ ਬਾਰੇ, ਆਪਣੇ ਸੰਕਲਪਾਂ ਵਿਕਲਪਾਂ ਬਾਰੇ, ਆਪਣੇ ਵਿਚਾਰਾਂ ਬਾਰੇ ਆਪ ਪਤਾ ਲੱਗ ਜਾਵੇਗਾ ਕਿ ਮੇਰੇ ਫੁਰਨੇ ਮੈਂ ਵਾਲੇ ਕਿੰਨੇ ਨੇ ਤੇ ਤੂੰ ਵਾਲੇ ਕਿੰਨੇ ਨੇ। ਸੋ ਜਿਹੜੀ ਤਨ ਦੀ ਹੰਤਾ ਨਾ, ਹੰਕਾਰ ਦਾ ਜਿਹੜਾ ਪਹਿਲਾ ਟਿਕਾਣਾ ਮੰਨਿਆ ਨਾ ਵਿਦਵਾਨਾਂ ਨੇ, ਉਹ ਸਰੀਰ ਮੰਨਿਆ ਹੈ। ਜਦੋਂ ਹੰਕਾਰ ਹਉਮੈ ਆਉਂਦੀ ਪਹਿਲਾਂ ਕਿ ਸਰੀਰ ਤੇ ਬੈਠਦੀ ਹੈ। ਤਾਂ ਇਹ ਮਨੁੱਖ ਵਾਰ-ਵਾਰ ਆਰਸੀ ਵੱਲ ਵੇਖਦਾ, ਸ਼ੀਸ਼ੇ ਵੱਲ ਵੇਖਦਾ ਹੈ, ਲੀੜੇ ਕੱਪੜੇ ਦਾ ਧਿਆਨ ਕਿਉਂ ਰੱਖਦਾ ਹੈ। ਇਹ ਸਾਰਾ ਕੁਛ ਹੰਗਤਾ ਵਿੱਚ ਹੀ ਆਉਂਦਾ ਹੈ ਕਿ ਮੈਨੂੰ ਕਿਸੇ ਨੇ ਵੇਖਣਾ, ਮੈਂ ਵੇਖਣ ਵਾਲੇ ਨੂੰ ਸੋਹਣਾ ਲੱਗਾ, ਚੰਗਾ ਲੱਗਾ, ਕੋਈ ਮੇਰੇ ਤੋਂ ਪ੍ਰਭਾਵਿਤ ਹੋਵੇ। ਸੋ ਜਿਹੜਾ ਸਰੀਰ ਦਾ ਖਿਆਲ ਹੈ ਨਾ, ਇਹੀ ਸਰੀਰ ਦੀ ਹੰਗਤਾ ਹੈ। ਹੰਕਾਰ ਪਹਿਲਾਂ ਆ ਕੇ ਸਰੀਰ ਤੇ ਬੈਠਦਾ ਹੈ। ਸੋ ਇਹਦਾ ਤਿਆਗਣ ਦਾ ਅਭਿਆਸ ਕਰਨਾ ਹੈ। ਸਨੇ ਸਨੇ ਲਖ ਰੂਪ ਪ੍ਰਕਾਸ਼। ਜਦੋਂ ਤੁਸੀਂ ਨਾਮ ਸਿਮਰਨ ਕਰੋਗੇ ਫਿਰ ਸਹਿਜੇ ਸਹਿਜੇ ਆਤਮ ਸਰੂਪ ਦਾ ਪ੍ਰਕਾਸ਼ ਲਖ ਲਓਗੇ। ਜਿਹੜਾ ਆਪਣੀ ਆਤਮਾ ਦਾ ਪ੍ਰਕਾਸ਼ ਹੈ, ਸਨੇ ਸਨੇ ਦਾ ਸਹਿਜੇ ਸਹਿਜੇ ਫਿਰ ਆਤਮ ਸਰੂਪ ਦੀ, ਆਤਮ ਪ੍ਰਕਾਸ਼ ਦੀ ਲਖਤਾ ਹੋ ਜਾਏਗੀ, ਸਮਝ ਪੈ ਜਾਵੇਗੀ। ਰਹੋ ਐਸ ਕਰ ਸਭ ਪਰ ਦਇਆ, ਕਿਸ ਕੋ ਨਹੀਂ ਦੁਖਾਵੋ ਹਿਆ। ਸਦਾ ਅਹਿੰਸ ਰਹਿਣਾ ਹੈ। ਜੀਵਾਂ ਦੇ ਉੱਪਰ ਕਦੇ ਹਿੰਸਾ ਨਹੀਂ ਕਰਨੀ, ਅਹਿੰਸਾ ਧਾਰਨ ਕਰਕੇ ਰੱਖਣੀ, ਦਇਆ ਕਿਰਪਾ ਕਰਨੀ ਹੈ। ਤੇ ਕਿਸੇ ਦਾ ਹੀਆ ਹੁੰਦਾ ਹਿਰਦਾ, ਕਿਸੇ ਦਾ ਹਿਰਦਾ ਨਹੀਂ ਦਿਖਾਉਣਾ। ਗੁਰਮਤ ਦੇ ਵਿੱਚ ਬੜਾ ਵੱਡਾ ਬੱਜਰ ਪਾਪ ਮੰਨਿਆ ਕਿਸੇ ਦਾ ਦਿਲ ਦਿਖਾਉਣਾ। ਭਾਈ ਕਾਹਨ ਸਿੰਘ ਨਾਭਾ ਨੇ ਜਿਹੜੇ ਬੱਜਰ ਪਾਪ ਲਿਖੇ ਨੇ, ਮੁੱਖ 3 ਲਿਖੇ ਨੇ, ਉਹਨਾਂ ਵਿੱਚ ਇੱਕ ਇਹ ਲਿਖਿਆ ਹੈ ਕਿ ਕਿਸੇ ਦਾ ਦਿਲ ਦਿਖਾਉਣਾ, ਕਿਸੇ ਦਾ ਦਿਲ ਤੋੜਨਾ। ਜਿਹੜਾ ਬੰਦਾ ਐਸਾ ਪਾਪ ਕਰਦਾ, ਗੁਰੂ ਕੀ ਬਾਣੀ ਕਹਿੰਦੀ ਉਹਨੂੰ ਪ੍ਰਮਾਤਮਾ ਦੀ ਪ੍ਰਾਪਤੀ ਕਦੀ ਨਹੀਂ ਹੋ ਸਕਦੀ। ਜਿਹੜਾ ਕਿਸੇ ਦਾ ਦਿਲ ਤੋੜਦਾ, ਕਿਸੇ ਦਾ ਦਿਲ ਦੁਖੀ ਕਰਦਾ ਹੈ। ਮਹਾਂਪੁਰਖਾਂ ਦੀ ਰਚਨਾ ਦੁਆਰਾ ਸਾਹਿਬਾਂ ਨੇ ਬਾਣੀ ਦੇ ਵਿੱਚੋਂ ਬਚਨ ਲਿਖੇ ਨੇ ਕਿ ਜੇ ਤੋ ਪ੍ਰਿਆ ਦੀ ਸਿੱਖ ਹਿਆਓ ਨਾ ਠਾਹੇ ਕਹੀਦਾ। ਰੱਬ ਦੇ ਮਿਲਣ ਦੀ ਤਾਂ ਗਏ ਨਾ ਤੇ ਕਿਸੇ ਦਾ ਦਿਲ ਨਾ ਦੁਖਾਵੀਂ, ਕਿਸੇ ਦਾ ਹਿਰਦਾ ਨਾ ਤੋੜੀ। ਸੋ ਅਹਿੰਸਕ ਰਹਿਣਾ ਹੈ, ਹਿੰਸਾ ਨਹੀਂ ਕਰਨੀ, ਜੀਵ ਘਾਤ ਨਹੀਂ ਕਰਨਾ, ਜੀਵਾਂ ਨੂੰ ਮਾਰਨਾ ਨਹੀਂ, ਤੇ ਕਿਸੇ ਵੀ ਜੀਵ ਦਾ ਹਿਰਦਾ ਨਹੀਂ ਦਿਖਾਉਣਾ, ਕਿਸੇ ਨੂੰ ਦੁਖੀ ਨਹੀਂ ਕਰਨਾ। ਜਥਾ ਲਾਭ ਕੀ ਜੈ ਸੰਤੋਸ਼,
ਰੋਸ਼ਾ ਤਜੋ ਵਿਕਾਰ ਆਦ ਜੇ ਰੋਸਾ। ਜਥਾ ਜਿੰਨਾ ਕੋ ਲਾਭ ਹੋਏ ਉਸ ਲਾਭ ਵਿੱਚ ਸੰਤੋਖ ਰੱਖਣਾ, ਸਬਰ ਰੱਖਣਾ, ਤੇ ਵਿਕਾਰ ਜੋ ਰੋਸ਼ਾ ਰੋਸ ਹੁੰਦਾ, ਕ੍ਰੋਧ ਇਤਿਆਦਿਕ ਜਿਹੜੇ ਔਗਣ ਵਿਕਾਰ ਨੇ, ਇਹਨਾਂ ਦਾ ਤਿਆਗ ਕਰਨਾ। ਇਮ ਸਤ ਗੁਰ ਦੇ ਲੈ ਉਪਦੇਸ਼ ਗਮਨੇ ਗਜਨੀ ਆਪਣੋ ਦੇਸ਼। ਭਾਈ ਤਲੋਕਾ ਇਸ ਤਰ੍ਹਾਂ ਸਾਹਿਬਾਂ ਕੋਲੋਂ ਉਪਦੇਸ਼ ਲੈ ਕੇ ਆਪਣੇ ਗਜਨੀ ਦੇਸ਼ ਨੂੰ ਚਲਿਆ ਗਿਆ। ਗਜਨੀ ਦਾ ਬਾਜ਼ਾਰ ਬੜਾ ਪ੍ਰਸਿੱਧ ਹੈ, ਜੋ ਅਫਗਾਨਿਸਤਾਨ ਦੇ ਵਿੱਚ ਪੈਂਦਾ ਹੈ। ਮਹਿਮੂਦ ਗਜਨੀ ਬੜਾ ਪ੍ਰਸਿੱਧ ਸੀ। ਇਤਿਹਾਸ ਦੀਆਂ ਕਿਤਾਬਾਂ ਵਿੱਚ ਬੜੇ ਹਮਲੇ ਉਹਦੇ ਕੀਤੇ ਨੇ, ਹਿੰਦੁਸਤਾਨ ਤੇ ਜ਼ਿਕਰ ਮਿਲਦਾ। 11-12 ਵਾਰੀ ਮਹਿਮੂਦ ਗਜਨੀ ਨੇ ਹਿੰਦੁਸਤਾਨ ਤੇ ਚੜ੍ਹਾਈ ਕੀਤੀ, ਇੱਥੋਂ ਦੀ ਅਸਮਤ ਨੂੰ ਲੁੱਟਿਆ, ਕੁੱਟਿਆ, ਮਾਰਿਆ, ਮਾਲ ਸਬਾਬ ਇੱਥੋਂ ਦਾ ਲੁੱਟਿਆ। ਗਜਨੀ ਦੇ ਬਾਜ਼ਾਰ ਦੇ ਵਿੱਚ ਕਿਸੇ ਕੁੱਕੜ ਦਾ ਮੁੱਲ ਤਾਂ 5 ਰੁਪਏ ਪੈ ਜਾਂਦਾ ਸੀ, ਕਿਸੇ ਬੱਕਰੇ ਦੀ ਕੀਮਤ ਤਾਂ 100 ਰੁਪਏ ਪੈ ਜਾਂਦੀ ਸੀ, ਪਰ ਹਿੰਦੁਸਤਾਨ ਦੀ ਜੰਮੀ ਹੋਈ ਧੀ, ਇੱਥੋਂ ਦੀ ਬੇਟੀ ਟਕੇ ਟਕੇ ਤੇ ਮਿਲ ਜਾਂਦੀ ਸੀ। ਇੱਥੋਂ ਦੇ ਜਰਵਾਨੇ ਬੰਨ ਕਰਕੇ ਖੜਦੇ ਸੀ। ਸਰਦਾਰ ਜੱਸਾ ਸਿੰਘ ਆਹਲੂਵਾਲੀ ਨੇ ਇੱਕ ਵਾਰੀ 17,000, ਇੱਕ ਵਾਰੀ 22,000 ਤੇ ਇੱਕ ਵਾਰੀ 30,000 ਅਹਿਮਦ ਸ਼ਾਹ ਅਬਦਾਲੀ ਦੇ ਕੋਲੋਂ ਹਿੰਦੁਸਤਾਨ ਦੀਆਂ ਬਹੁ ਬੇਟੀਆਂ ਲੜਕੀਆਂ ਛਡਵਾਈਆਂ ਸਨ। ਉਹ ਗਜਨੀ ਦੇ ਬਾਜ਼ਾਰ 'ਚ ਟਕੇ ਟਕੇ ਤੇ ਵੇਚੀਆਂ ਜਾਂਦੀਆਂ ਸੀ, ਤੇ ਟਕਾ ਕਿਤੇ ਕਿੰਨੀ ਕੁ ਕੀਮਤ ਰੱਖਦਾ ਸੀ। ਕੁੱਕੜ ਦਾ ਮੁੱਲ ਵੱਧ ਸੀ ਗਜਨੀ ਦੇ ਬਾਜ਼ਾਰ ਵਿੱਚ, ਤੇ ਹਿੰਦੁਸਤਾਨ ਦੀ ਇੱਜ਼ਤ ਦਾ ਮੁੱਲ ਜਿਹੜਾ ਸੀ ਉਹ ਕੱਖ ਵੀ ਨਹੀਂ ਸੀ, ਕੌਡੀਆਂ ਦੇ ਭਾਅ ਵੀ ਨਹੀਂ ਸੀ। ਸੋ ਉਸ ਗਜਨੀ ਦੇ ਦੇਸ਼, ਉਸ ਇਲਾਕੇ ਦਾ ਰਹਿਣ ਵਾਲਾ ਸੀ ਇਹ ਭਾਈ ਤਲੋਕਾ। ਸਤਿਗੁਰੂ ਪਾਤਸ਼ਾਹ ਮਹਾਰਾਜ ਕੋਲੋਂ ਉਪਦੇਸ਼ ਲੈ ਕੇ, ਸਿੱਖਿਆ ਲੈ ਕਰਕੇ ਉਸ ਆਪਣੇ ਦੇਸ਼ ਇਲਾਕੇ ਨੂੰ ਚਲਿਆ ਗਿਆ। ਮੁਗਲ ਚਾਕਰੀ ਕਹਾਂ ਕਰੰਤਾ ਬਹਿਰ ਅਰੂਟੈ ਸੰਗਰਹੰਤਾ। ਉੱਥੇ ਕਿਸੇ ਮੁਗਲ ਹਾਕਮ ਦੀ ਚਾਕਰੀ ਨੌਕਰੀ ਕਰਦਾ ਸੀ ਭਾਈ ਸਾਹਿਬ, ਤੇ ਜਦੋਂ ਉਹ ਹਾਕਮ ਬਾਹਰ ਜਾਂਦਾ ਸੀ ਉਹਦੇ ਨਾਲ ਸਵਾਰ ਹੋ ਕਰਕੇ ਬਾਹਰ ਜਾਂਦਾ ਸੀ। ਲੇਤ ਰਜਤ ਆਪਣਾ ਨਿਤ ਪੰਚਾਸ ਅਜੋਧ ਤਰੇ ਰਹਿਤ ਤਿਸ ਪਾਸ। ਤੇ ਇਸ ਤਰ੍ਹਾਂ ਰਜਤਪਨ ਹੁੰਦੇ, ਰਜਤ ਕਹਿੰਦੇ ਚਾਂਦੀ ਨੂੰ, ਪਨ ਨਾਮ ਹੈ ਹੱਥਾਂ ਦਾ, ਪਨ ਨਾਮ ਹੈ ਰੁਪਈਆਂ ਦਾ। ਚਾਂਦੀ ਦੇ ਰੁਪਈਏ ਚੱਲਦੇ ਸੀ, ਉਹ 50 ਰੁਪਈਏ ਭਾਈ ਸਾਹਿਬ ਜੀ ਨੇ ਜ਼ਿਕਰ ਕੀਤਾ, ਪਰ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਜਾਂ ਭਗਤ ਮਾਲ ਦੇ ਵਿੱਚ ਜੋ ਜ਼ਿਕਰ ਹੈ ਉਹ 5 ਰੁਪਈਏ ਰੋਜ਼ ਦਾ ਜ਼ਿਕਰ ਕੀਤਾ ਮਿਲਦਾ ਹੈ। ਸੋ ਇਸ ਤਰ੍ਹਾਂ ਇਹ ਕਾਫੀ ਰੋਜ਼ਨਾਮਾ, ਜੋ ਰੋਜ਼ ਦੀ ਤਨਖਾਹ ਸੀ, ਇਹ ਚੰਗੀ ਤਨਖਾਹ ਭਾਵ ਰੋਜ਼ ਪ੍ਰਾਪਤ ਕਰਦਾ ਸੀ। ਸ਼ਸਤਰਧਾਰੀ ਇਹ ਯੋਧਾ ਸੂਰਮਾ ਸੀ, ਤੇ ਉੱਥੋਂ ਦਾ ਹਾਕਮ ਭਾਈ ਸਾਹਿਬ ਨੂੰ ਨਿਤਾਂ ਪ੍ਰਤੀ ਆਪਣੇ ਪਾਸ ਰੱਖਦਾ ਸੀ। ਚੜ੍ਹਿਆ ਮੁਗਲ ਇੱਕ ਜੋਸ ਸ਼ਿਕਾਰਾ ਸੰਗਤ ਲੋਕਾ ਅਸ ਸਵਾਰ। ਇੱਕ ਦਿਨ ਉਹ ਹਾਕਮ ਜਿਹੜਾ ਮੁਗਲ ਸੀ ਨਾ, ਸ਼ਿਕਾਰ ਖੇਡਣ ਵਾਸਤੇ ਚੜ੍ਹਿਆ, ਤੇ ਉਹਦਾ ਅੰਗ ਰੱਖਿਅਕ ਭਾਈ ਤਲੋਕਾ ਵੀ ਨਾਲ ਘੋੜੇ ਤੇ ਸਵਾਰ ਹੋ ਕੇ ਚੱਲਿਆ। ਮੁਗਲ ਅਗਾਰੀ ਮਿਰਗਨ ਪਲਾਈ ਪੀਛੇ ਲਾਗੇ ਤੁਰੰਗ ਤਵਾਰੀ। ਮੁਗਲ ਦੇ ਅੱਗੇ ਨਿਗਲ ਕਰਕੇ ਤੇ ਇੱਕ ਹਿਰਨੀ ਜਿਹੜੀ ਸੀ ਨਾ ਉਹ ਦੌੜ ਪਈ। ਹਿਰਨੀ ਜਦੋਂ ਨਿਕਲ ਕੇ ਅੱਗੇ ਭੱਜ ਉੱਠੀ, ਤੇ ਉਸ ਮੁਗਲ ਨੇ ਵੀ ਪਿੱਛੇ ਜਿਹੜਾ ਘੋੜਾ ਸੀ ਉਹ ਦੌੜਾ ਦਿੱਤਾ। ਜਬ ਤਲੋਕੇ ਕੀਨ ਸਨੇਰ ਘੋੜਾ ਮਿਲਿਓ ਨਿਕਟ ਤਬ ਹੇਰ। ਤੇ ਜਦੋਂ ਭਾਈ ਤਲੋਕੇ ਨੇ ਕੀਨ ਸਨੇਰ ਨੇੜਾ ਕੀਤਾ ਜਾ ਕਰਕੇ ਉਸ ਆਪਣੇ ਹਾਕਮ ਦੇ ਨਾਲ ਹਿਰਨੀ ਦਾ ਪਿੱਛਾ ਕਰਦਿਆਂ, ਤੇ ਘੋੜਾ ਜਦੋਂ ਜਾ ਕਰਕੇ ਬਰਾਬਰ ਮਿਲਿਆ ਹਿਰਨੀ ਦੀ, ਤੇ ਨੇੜਾ ਵੇਖ ਕਰਕੇ ਖੈਂਚ ਖੜਗ ਕੋ ਤਾਂ ਪਰ ਝਾਰਾ ਮਿਲਗਨੀ ਗਰਭ ਦੁਦਾ ਕਰ ਡਾਰਾ। ਭਾਈ ਤਲੋਕੇ ਨੇ ਆਪਣਾ ਤੇਗਾ ਖੜਗ ਖਿੱਚ ਕਰਕੇ ਹਿਰਨੀ ਦੇ ਉੱਪਰ ਝਾੜਿਆ, ਵਾਰ ਕੀਤਾ। ਉਹ ਹਿਰਨੀ ਜਿਹੜੀ ਸੀ ਉਹ ਗਰਭ ਅਵਸਥਾ ਦੇ ਵਿੱਚ ਸੀ, ਉਸ ਨੂੰ ਬੱਚੇ ਪੈਦਾ ਹੋਣ ਵਾਲੇ ਸਨ। ਉਸ ਦਾ ਪੇਟ ਚਾਕ ਹੋ ਗਿਆ, ਤੇ 2 ਹਿੱਸੇ ਟੁਕੜੇ ਹੋ ਕਰਕੇ ਡਿੱਗ ਪਈ। ਜੋਗਿਆਰ ਭਗ ਵਿੱਚ ਤੇ ਗਿਰ ਪਰੇ ਕਿਤਕ ਕਾਲ ਮੈਂ ਤਰ ਪਰ ਮਾਰੇ। 2 ਜਿਹੜੇ ਜੁਗ ਅਰਬਕ ਹੁੰਦੇ ਬੱਚੇ, ਛੋਟੇ ਬੱਚੇ ਜਿਹੜੇ ਸਨ, ਉਹ ਗਰਭ ਵਿੱਚੋਂ ਹੇਠਾਂ ਡਿੱਗ ਪਏ, ਤੇ ਡਿੱਗ ਕਰਕੇ ਥੋੜੇ ਸਮੇਂ ਬਾਅਦ ਉਹ ਤੜਪ ਕੇ ਪ੍ਰਾਣ ਦੇ ਗਏ, ਮਰ ਗਏ। ਦੇਖਤ ਲੋਕੇ ਕਰਮ ਠਾਨੇ ਦੇਖ ਆਪਣੇ ਕਰਮ ਬਖਾਨੇ। ਭਾਈ ਤਲੋਕੇ ਨੇ ਸੀਨ ਕੌਤਕ ਵੇਖ ਕਰਕੇ
ਬੜੀ ਕਰਨਾ ਠਾਣੀ, ਮਨ 'ਚ ਤਰਸ ਆਇਆ ਕਿ ਮੈਂ ਇਹ ਕੀ ਕਰ ਦਿੱਤਾ ਹੈ। ਆਪਣੇ ਆਪ ਨੂੰ ਲਾਹਨਤਾਂ ਪਾਈਆਂ, ਤਰਕਾਰ ਹੈ ਆਪ ਮੇਰੇ ਕਰਮ ਤੇ, ਜੋ ਮੈਂ ਮਾੜਾ ਕਰਮ ਕੀਤਾ ਹੈ। ਐਸੋ ਪਾਪੀ ਅਚਾਨਕ ਲੈ, ਇਕ ਦੇਹ ਤੇ ਤੀਨ ਮਰ ਗਏ। ਤੇ ਇਹੋ ਜਿਹਾ ਪਾਪ ਮੈਂ ਅਚਾਨਕ ਆਪਣੇ ਸਿਰ ਲੈ ਲਿਆ ਕਿ ਇੱਕ ਨੂੰ ਮਾਰਨ ਕਰਕੇ ਤੇ 3 ਮੌਤਾਂ ਹੋ ਗਈਆਂ ਸਨ। ਮਾਰੀ ਤਾਂ ਹਿਰਨੀ ਸੀ, ਪਰ 2 ਦੇ ਬੱਚੇ ਵੀ ਨਾਲ ਮਾਰੇ ਗਏ। ਇਸ ਤਰ੍ਹਾਂ ਹੀ ਵੱਡਾ ਪਾਪ ਹੋ ਗਿਆ ਹੈ। ਗੁਰੇ ਉਪਦੇਸ਼ ਕਰਿਓ ਤਬ ਸਿਮਰਨਾ, ਦਇਆ ਕਰੋ ਨ ਹਨੋ ਜੀਵ ਗਾਨਾ। ਉਸ ਸਮੇਂ ਗੁਰੂ ਅਰਜਨ ਦੇਵ ਪਾਤਸ਼ਾਹ ਦਾ ਉਪਦੇਸ਼ ਚੇਤੇ ਆਇਆ। ਯਾਦ ਕੀਤਾ ਕਿ ਗੁਰੂ ਸਾਹਿਬ ਨੇ ਤਾਂ ਕਿਹਾ ਸੀ ਕਿ ਦਇਆ ਕਰਨੀ ਹੈ, ਕਿਸੇ ਜੀਵ ਨੂੰ ਮਾਰਨਾ ਨਹੀਂ, ਜੀਵਾਂ ਨੂੰ ਦੁੱਖ ਨਹੀਂ ਦੇਣਾ, ਤੇ ਮੈਂ ਇਹ ਕੀ ਕਰ ਬੈਠਾ ਹਾਂ। ਸੋ ਗੁਰੂ ਸਾਹਿਬ ਦਾ ਬਚਨ ਉਪਦੇਸ਼ ਉਸ ਸਮੇਂ ਚੇਤੇ ਕਰਨ ਲੱਗਾ। ਸੋ ਮੁਝ ਤੇ ਨਹਿ ਗਇਓ ਕਮਾਇਓ, ਜਾਂ ਤੇ ਰੋਸ਼ ਅਧਿਕ ਮੈਂ ਪਾਇਓ। ਮਨ 'ਚ ਸੋਚਿਆ ਕਿ ਉਹ ਉਪਦੇਸ਼ ਮੇਰੇ ਕੋਲੋਂ ਨਹੀਂ ਕਮਾਇਆ ਗਿਆ, ਇਸ ਵਾਸਤੇ ਮੈਂ ਬੜਾ ਵੱਡਾ ਦੋਸ਼ ਐਬ ਪਾਪ ਕਮਾ ਲਿਆ ਹੈ। ਜਾਂ ਤੇ ਦੋਸ਼ ਅਧਿਕ ਮੈਂ ਪਾਇਓ, ਇਸ ਵਾਸਤੇ ਮੈਂ ਬਹੁਤਾ ਦੋਸ਼ ਔਗਣ ਹਾਸਲ ਕਰ ਲਿਆ ਹੈ, ਪਾਪ ਕਮਾ ਲਿਆ ਹੈ। ਸ਼ਸਤਰ ਪਾਸ ਤੇ ਅਗ ਹੋਏ ਆਵੈ, ਤਿਆਗਨ ਕਰੋ ਨ ਪੁਨ ਕੋ ਘਾਵੈ। ਤੇ ਮੇਰੇ ਕੋਲ ਸ਼ਸਤਰ ਹੈ, ਤੇ ਸ਼ਸਤਰ ਦੇ ਕੋਲ ਹੋਣ ਕਰਕੇ ਤਾਂ ਫਿਰ ਅੱਗ ਹੋ ਜਾਏ, ਪਾਪ ਹੋ ਹੀ ਜਾਣਾ ਸੀ। ਇਸ ਵਾਸਤੇ ਹੁਣ ਮੈਨੂੰ ਚਾਹੀਦਾ ਕਿ ਮੈਂ ਸ਼ਸਤਰ ਦਾ ਹੀ ਤਿਆਗ ਕਰ ਦਵਾਂ, ਕਿ ਜਿਸ ਕਰਕੇ ਮੇਰੇ ਕੋਲੋਂ ਦੁਬਾਰਾ ਕੋਈ ਪਾਪ ਨਾ ਹੋਵੇ, ਮੈਂ ਕਿਸੇ ਜੀਵ ਨੂੰ ਨਾ ਮਾਰਾਂ। ਚਿਤ ਵਿਚਾਰ ਤਰਵਾਰੀ ਹਟਾਈ, ਤੇਗ ਕਾਠ ਕੀ ਕਰ ਕਰ ਪਾਈ। ਚਿੱਤ 'ਚ ਵਿਚਾਰ ਕਰਕੇ ਜੋ ਫਲਾਦ ਦੀ ਤਲਵਾਰ ਸੀ ਨਾ, ਉਹ ਹਟਾ ਦਿੱਤੀ, ਮਿਆਨ ਵਿੱਚੋਂ ਪਾਸੇ ਕਰ ਦਿੱਤੀ। ਉਹਦੀ ਜਗ੍ਹਾ ਤੇ ਕਾਠ ਦੀ ਲੱਕੜ ਦੀ ਤਲਵਾਰ ਜਿਹੜੀ ਸੀ ਨਾ, ਲੱਕੜ ਦੀ ਸ਼ਕਲ ਦੀ ਤਲਵਾਰ ਬਣਾ ਕਰਕੇ ਤੇ ਮਿਆਨ ਵਿੱਚ ਪਾ ਲਈ। ਕਿਤ ਕਤ ਪਸਗਰ ਰਾਖੀ ਸੋਈ, ਹੁਤੋ ਤਲੋਕੇ ਕੋਰਿ ਪਕੋਈ। ਉਹ ਤੇਗ ਕਾਠ ਕੀ ਕਰ ਪਾਈ, ਕਾਠ ਲੱਕੜ ਦੀ ਤਲਵਾਰ ਤਿਆਰ ਕਰਕੇ ਆਪਣੇ ਗਲ ਵਿੱਚ ਪਾ ਲਈ ਭਾਈ ਸਾਹਿਬ ਨੇ। ਕਈ ਦਿਨ ਲੰਘ ਗਏ, ਘਰ ਰਾਖੀ ਸੋਏ ਆਪਣੇ ਗਲ ਵਿੱਚ ਉਹੀ ਰੱਖੀ। ਸੋ ਭਾਈ ਤਲੋਕੇ ਨਾਲ ਕੋਈ ਦੁਸ਼ਮਣੀ ਈਰਖਾ ਰੱਖਣ ਵਾਲਾ ਕੋਈ ਵਿਅਕਤੀ ਸੀ। ਤਿਸ ਕੇ ਸਗਲ ਭੇਦ ਕੋ ਪਾਏ, ਚਾਰੀ ਕਰੇ ਮੁਗਲ ਟਿਕ ਜਾਏ। ਉਹਨੇ ਸਾਰਾ ਭੇਦ ਪਾ ਕਰਕੇ ਨਾ, ਸਾਰਾ ਪਤਾ ਕਰਕੇ ਕਿ ਇਹਦੇ ਮਿਆਨ ਦੇ ਵਿੱਚ ਲੱਕੜ ਦੀ ਤਲਵਾਰ ਹੈ, ਤੇ ਹੈ ਹਾਕਮ ਦੇ ਸੁਰੱਖਿਆ ਦਸਤੇ ਵਿੱਚ ਹੈ। ਤੇ ਇਸ ਤਰ੍ਹਾਂ ਹਾਕਮ ਨਾਲ ਇਹ ਬੇਵਫਾਈ ਨਹੀਂ ਹੈ, ਬੇਇਨਸਾਫੀ ਨਹੀਂ ਹੈ ਕਿ ਉਹਦੇ ਕੋਲ ਤਨਖਾਹ ਲੈਂਦਾ ਹੈ, ਤੇ ਉਹਦੀ ਜੇ ਰੱਖਿਆ ਕਰਨ ਦੀ ਲੋੜ ਪਈ ਤੇ ਕਾਠ ਦੀ ਤਲਵਾਰ ਨਾਲ ਕਿਵੇਂ ਰੱਖਿਆ ਕਰੇਗਾ ਭਲਾ। ਤੇ ਜਿਹੜੇ ਨਿੰਦਕ ਲੋਕ ਹੁੰਦੇ ਨੇ, ਈਰਖਾ ਨੂੰ ਤਾਂ ਮੌਕਾ ਲੱਭਦੇ ਹੁੰਦੇ, ਗੱਲ ਕਰਨ ਦਾ ਮੌਕਾ ਬਣੇ ਸਹੀ। ਉਹ ਜਿਹੜਾ ਈਰਖਾ ਕਰਨ ਵਾਲਾ ਸੀ, ਨਿੰਦਕ ਸੀ, ਉਹਨੇ ਮੌਕਾ ਪਾ ਲਿਆ ਤੇ ਜਾ ਕੇ ਮੁਗਲ ਦੇ ਕੋਲ, ਉਸ ਹਾਕਮ ਦੇ ਕੋਲ ਚਾਰੀ ਉਹਦੀ ਚੁਗਲੀ ਕਰ ਦਿੱਤੀ। ਸੋ ਚੁਗਲੀ ਖਾਧੀ, ਜਾ ਕਰਕੇ ਭਾਈ ਸਾਹਿਬ ਦੇ ਖਿਲਾਫ ਉਸਨੇ ਇਸ ਤਰ੍ਹਾਂ ਉਸ ਹਾਕਮ ਦੇ ਕੰਨ ਭਰੇ। ਕਹਿਤ ਲੋਕਾ ਬੜੋ ਸਿਪਾਹੀ, ਤੇਗ ਕਾਠ ਕੇ ਰਾਖਤ ਪਾਹੀ। ਜਾ ਕੇ ਆਖਿਆ ਕਿ ਵੇਖੋ ਜੀ, ਤੁਹਾਡਾ ਜਿਹੜਾ ਸਿਪਾਹੀ ਹੈ ਨਾ ਤਲੋਕਾ, ਬੜਾ ਵੱਡਾ ਸਿਪਾਹੀ ਹੈ, ਤੁਹਾਡਾ ਖਾਸ ਸੁਰੱਖਿਆ ਦਸਤੇ ਵਿੱਚ ਹੈ, ਤੇ ਇਹਨੇ ਨਾ ਤੇਗ ਕਾਠ ਕੀ ਰਾਖਤ ਪਾਹੀ, ਕਾਠ ਲੱਕੜ ਦੀ ਤੇਗ ਕਿਰਪਾਨ ਇਹਨੇ ਆਪਣੇ ਪਾਸ ਰੱਖੀ ਹੋਈ ਹੈ। ਲੋ ਮੂੜ ਉਪਰ ਕਰਾਈ, ਲਹਿ ਦਰਬ ਕੋ ਕਰਜ ਤੁਰਾਈ। ਤੇ ਲੋਹੇ ਦਾ ਮੂਠ ਹੁੰਦਾ, ਮੁੱਠਾ, ਕਿਰਪਾਨ ਦਾ ਜਿਹੜਾ ਮੁੱਠਾ ਉਹਨੇ ਲੋਹੇ ਦਾ ਬਣਾਇਆ ਹੋਇਆ ਉੱਪਰਲੇ ਪਾਸੇ, ਉਹ ਉੱਪਰੋਂ ਦਿਸਦੀ ਜਿਵੇਂ ਲੋਹੇ ਦੀ ਹੈ, ਤੇ ਤੁਹਾਡੇ ਨਾਲ ਇਹ ਚਤਰਾਈ ਕਰਦਾ ਪਿਆ, ਤੇ ਤਨਖਾਹ ਤੁਹਾਡੇ ਕੋਲੋਂ ਬਹੁਤੀ ਲੈਂਦਾ ਹੈ। ਇਸ ਤਰ੍ਹਾਂ ਉਸਨੇ ਵਧਾ ਚੜਾ ਕਰਕੇ ਗੱਲਾਂ ਕੀਤੀਆਂ। ਸੁਨਤ ਮੁਗਲ ਨਹਿ ਮਾਨੀ ਬਾਨੇ, ਸੂਰਤ ਲੋਕਾ ਮਹਾ ਗੁਮਾਨੇ। ਔਰ ਗੁਰੂ ਕੇ ਸਿੱਖਾਂ ਦਾ ਜਿੱਥੇ ਵੀ ਰਹੇ ਨਾ, ਬੜਾ ਅਦਬ ਸਤਕਾਰ ਸੀ, ਕਿਉਂਕਿ ਉਹ ਕਰਨੀ ਕਮਾਈ ਵਾਲੇ ਸਨ। ਉਸ ਹਾਕਮ ਨੇ ਗੱਲ ਤਾਂ ਸੁਣ ਲਈ ਉਸ ਚੁਗਲ ਨਿੰਦਕ ਦੀ। ਸੁਨਤ ਮੁਗਲ ਨਹਿ ਮਾਨੀ ਬਾਣੀ, ਉਹਨੇ ਉਸ ਦੁਸ਼ਟ ਦੀ ਬਾਣੀ ਜਿਹੜੇ ਬੋਲ ਸਨ ਨਾ ਮੰਨੇ, ਵਿਸ਼ਵਾਸ ਨਾ ਕੀਤਾ। ਕਿਉਂਕਿ ਉਹ ਸਮਝਦਾ ਸੀ ਕਿ ਭਾਈ ਤਲੋਕਾ ਵੱਡਾ ਸੂਰਮਾ ਹੈ, ਬਹਾਦਰ ਹੈ, ਤੇ ਬੜੀ ਇੱਜ਼ਤ ਮਾਣ ਵਾਲਾ, ਸਤਿਕਾਰ ਵਾਲਾ ਹੈ। ਇਸ ਵਾਸਤੇ ਇਸ ਤਰ੍ਹਾਂ ਉਹਦੀ ਬੇਇੱਜ਼ਤੀ ਕਰਨੀ, ਨਰਾਦਰੀ ਕਰਨੀ ਚੰਗੀ ਨਹੀਂ। ਸਿਆਣੇ ਬੰਦੇ ਇਸ ਗੱਲ ਦਾ ਬੜਾ ਧਿਆਨ ਰੱਖਦੇ ਸਨ। ਸੋ ਉਸ ਨੇ, ਉਹ ਸਿਆਣਾ ਸੀ ਹਾਕਮ, ਉਹਨੇ ਮਨ 'ਚ ਸੋਚਿਆ
ਕਿ ਜਿਹੜਾ ਭਾਈ ਤਲੋਕਾ ਵੱਡਾ ਸੂਰਮਾ ਤੇ ਨਾਲੇ ਮੇਰੀ ਸੁਰੱਖਿਆ ਦਸਤੇ ਸਤਿਕਾਰਯੋਗ ਸਿਪਾਹੀ ਹੈ। ਮੈਂ ਸਾਦਰ ਰਾਖੇ ਦੇ ਧਨ ਕੋ ਜਾਨੋ ਕਾਜ ਕਰਹਿ ਵੜਨ ਕੋ। ਤੇ ਮੈਂ ਸਤਿਕਾਰ ਨਾਲ ਉਹਨੂੰ ਕੋਲ ਰੱਖਿਆ, ਪੈਸਾ ਧਨ ਦਿੰਦਾ ਹਾਂ, ਨੌਕਰੀ ਦਾ ਇਵਜ਼ਾਨਾ ਦਿੰਦਾ ਹਾਂ, ਕਿਉਂਕਿ ਕਿਤੇ ਮੇਰਾ ਕਾਜ ਕੰਮ ਬਣ ਗਿਆ ਜੰਗ ਮੈਦਾਨ ਦੇ ਵਿੱਚ ਤੇ ਮੇਰੀ ਸਹਾਇਤਾ ਕਰੇਗਾ, ਮੇਰੀ ਤਰਫ ਹੋ ਕੇ ਲੜੇਗਾ। ਪੁਨਹ ਮੁਗਲ ਸੰਗ ਚੁਗਲ ਉਚਾਰੇ ਆਪ ਸਭਾ ਲਾਭੋ ਇੱਕ ਵਾਰੇ। ਤੇ ਜਦੋਂ ਉਸ ਚੁਗਲ ਨੇ ਸੁਣਿਆ ਨਾ ਕਿ ਹਾਕਮ ਨਹੀਂ ਮੰਨਣ ਵਾਲੇ, ਨਹੀਂ ਵਿਸ਼ਵਾਸ ਕਰਦਾ, ਤੇ ਉਹਨੇ ਦੂਜਾ ਰਾਹ ਵਰਤਿਆ। ਕਈ ਕਹਿੰਦੇ ਨਾ ਕਿ ਘਿਓ ਸਿੱਧੀ ਉਂਗਲ ਨਾਲ ਨਾ ਨਿਕਲੇ, ਟੇਢੀ ਕਰ ਲਓ, ਇਹਨੇ ਟੇਢੀ ਉਂਗਲ ਕੀਤੀ। ਕਹਿਣ ਲੱਗਾ ਚਲੋ ਜੇਕਰ ਉਹ ਸਤਿਕਾਰਯੋਗ ਹੈ ਨਾ ਫਿਰ ਉਹਨੂੰ ਸਿੱਧੇ ਤਰੀਕੇ ਨਾਲ ਨਾ ਕਹੋ, ਤੁਸੀਂ ਇਸ ਤਰ੍ਹਾਂ ਕਰੋ ਕਿ ਢੰਗ ਵਰਤੋ, ਤੁਸੀਂ ਸਭਾ ਲਾ ਕਰਕੇ ਬੈਠੋ ਇੱਕ ਵਾਰੀ, ਤੇ ਸਭਾ ਦੇ ਵਿੱਚ ਤੁਸੀਂ ਕੋਈ ਐਸਾ ਤਰੀਕਾ ਵਰਤੋ। ਤਵੈ ਅਚਾਨਕ ਲਿਓ ਲਕਸਾਈ ਦੇਖੀ ਪਰ ਹੋਏ ਜਸ ਪਾਈ। ਤੇ ਸਭਾ ਦੇ ਵਿੱਚ ਨਾ ਤੁਸੀਂ ਕਿਸੇ ਤਰੀਕੇ ਜਿਹਦੇ ਨਾਲ ਕਹਿ ਦੇਵੇ ਸਾਰੇ ਸਭਾ ਨੂੰ, ਸਭਾਪਤੀਆਂ ਨੂੰ ਜਿੰਨੇ ਬੈਠੇ ਹੋਣ ਕਿ ਆਪਣੇ ਆਪਣੇ ਸ਼ਸਤਰ ਵਿਖਾਓ ਭਾਈ, ਸ਼ਸਤਰ ਚੈੱਕ ਕਰਵਾਓ। ਤੇ ਉੱਥੇ ਉਹਨੂੰ ਮਹਿਸੂਸ ਹੀ ਨਹੀਂ ਹੋਵੇਗਾ ਕਿ ਕੱਲਾ ਮੈਨੂੰ ਆਖਿਆ ਹੈ। ਉੱਥੇ ਪਤਾ ਲੱਗ ਜਾਏਗਾ ਕਿ ਇਹਦੀ ਤਲਵਾਰ ਜਿਹੜੀ ਹੈ ਫਲਾਦ ਦੀ ਨਹੀਂ ਹੈ, ਤਾਂ ਲੋਹੇ ਲੱਕੜ ਦੀ ਪਾਈ ਫਿਰਦਾ ਹੈ। ਤਦੋਂ ਤੁਸੀਂ ਅਚਾਨਕ ਨਾ ਉੱਥੇ ਉਹ ਤਲਵਾਰ ਕਢਵਾ ਕਰਕੇ ਤੇ ਵੇਖ ਲਿਓ, ਉੱਥੇ ਫਿਰ ਪਤਾ ਲੱਗ ਜਾਵੇਗਾ, ਦਿਸ ਪਵੇਗਾ ਜਿਸ ਜਿਹਨੇ ਤਲਵਾਰ ਪਾਈ ਹੋਵੇਗੀ। ਜੇਕਰ ਤੇਗ ਕਾਟ ਕੀ ਹੋਵੇ ਦਿਹੋ ਨ ਦਰੋ ਬਨੋ ਕੁਰ ਸੋਏ। ਤੇ ਜੇਕਰ ਤਾਂ ਉਹਦੀ ਤਲਵਾਰ ਕਾਠ ਲੱਕੜ ਦੀ ਹੋਈ ਨਾ, ਫਿਰ ਅੱਗੇ ਵਾਸਤੇ ਉਹਨੂੰ ਨੌਕਰੀ ਤੋਂ ਕੱਢ ਦਿਓ, ਕੋਈ ਪੈਸਾ ਨਾ ਦੇਣਾ ਕਰਿਓ। ਹੋਏ ਜੇ ਲੋਹਾ ਖੜਗ ਪ੍ਰਕਾਸ਼ ਤੋਲਿਓ ਦੰਡਜ ਹੋਏ ਮਮ ਪਾਸ। ਤੇ ਜੇਕਰ ਤਲਵਾਰ ਉਹਦੀ ਲੋਹੇ ਦੀ ਹੋਈ, ਫਲਾਦ ਦੀ ਹੋਈ, ਖੜਗ ਪ੍ਰਕਾਸ਼ ਚਮਕਾਰੇ ਮਾਰਦੀ ਚਮਕਦੀ ਹੋਏ, ਤਾਂ ਫਿਰ ਮੈਨੂੰ ਦੰਡ ਦੇ ਦਿਓ। ਉਹਨੇ ਆਪ ਇਸ ਗੱਲ ਨੂੰ ਮੰਨ ਲਿਆ ਕਿ ਫਿਰ ਮੈਂ ਦੰਡ ਦਾ ਅਧਿਕਾਰੀ ਹੋਵਾਂਗਾ, ਜੋ ਮੈਨੂੰ ਸਜ਼ਾ ਦੇਣੀ ਫਿਰ ਦੇ ਦਿਓ। ਸੁਨਤ ਮੁਗਲ ਕੈ ਸੰਸਾ ਭਇਓ ਸਕਲ ਜ਼ਬਾਨ ਲਾਏ ਨਿਜ ਲਿਓ। ਮੁਗਲ ਨੂੰ ਸੁਣ ਕੇ ਸੰਸਾ ਸ਼ੱਕ ਪੈਦਾ ਹੋ ਗਿਆ ਕਿ ਕੁਛ ਨਾ ਕੁਛ ਗੱਲ ਤਾਂ ਜ਼ਰੂਰ ਹੈ ਜਿਹੜੀ ਵਾਰ-ਵਾਰ ਕਹਿ ਰਿਹਾ ਹੈ। ਉਹਨੇ ਆਪਣੀ ਦੀਵਾਨ ਸਭਾ ਲਾ ਲਈ ਤੇ ਸਾਰੇ ਜਿਨੇ ਸਭਾ 'ਚ ਬੈਠਣ ਵਾਲੇ ਸਨ ਉਹ ਸਾਰੇ ਸੱਦ ਲਏ। ਖੜਗ ਸਿਪਰ ਤਰ ਬਿੰਦ ਸਪਾਈ ਬੈਠੇ ਸਹਿਤ ਤਲੋਕੇ ਪਾਈ। ਜਿੰਨੇ ਸਿਪਾਹੀ ਸਨ ਉਹਦੇ ਸੁਰੱਖਿਆ ਦਸਤੇ ਦੇ ਸਭਾ ਵਿੱਚ ਆ ਕੇ ਬੈਠ ਗਏ। ਭਾਈ ਤਲੋਕੇ ਜੀ ਦੇ ਸਮੇਤ ਸਾਰੇ ਆ ਕੇ ਜਦੋਂ ਬਹਿ ਗਏ। ਨਹੀਂ ਨਰਾਦਰ ਇਸਕੋ ਹੋਇਓ ਹਿਰਦੈ ਵਿਚਾਰ ਮੁਗਲ ਕਿਆ ਸੋਇਓ। ਤੇ ਮੁਗਲ ਨੇ ਆਪਣੇ ਮਨ 'ਚ ਸੋਚਿਆ ਕਿ ਇਸ ਭਾਈ ਤਲੋਕੇ ਦਾ ਕਿਸੇ ਤਰ੍ਹਾਂ ਨਰਾਦਰ ਨਾ ਹੋਵੇ। ਹੁਣ ਇਸੇ ਸਭਾ ਵਿੱਚ ਕਿਹਾ ਕਿ ਆਪਣੀ ਕਿਰਪਾਨ ਕੱਢ ਕੇ ਵਿਖਾ, ਤੇ ਹੋ ਸਕਦਾ ਹੈ ਕਿ ਉਹ ਲੱਕੜ ਦੀ ਹੋਵੇ ਤੇ ਕਿਤੇ ਉਹਦੀ ਬੇਇੱਜ਼ਤੀ ਨਾ ਹੋ ਜੇ। ਸੋ ਇਹ ਸੋਚ ਕਰਕੇ ਹਿਰਦੇ ਵਿਚਾਰ ਮੁਗਲ ਕੀ ਸੋਏ, ਐਸੀ ਉਹਨੇ ਵਿਚਾਰ ਐਸੀ ਸੋਚ ਕੀਤੀ। ਪ੍ਰਥਮ ਖੜਗ ਨਿਜ ਖੈਂਚ ਦਿਖਾਇਓ ਪੁਨ ਦੂਸਰ ਕੋ ਕਹਿ ਨਿਕਸਾਇਓ। ਪਹਿਲਾਂ ਉਸ ਮੁਗਲ ਹਾਕਮ ਨੇ ਆਪਣੀ ਕਿਰਪਾਨ ਗਾਤਰਿਓਂ ਖਿੱਚ ਕਰਕੇ ਮਿਆਨ ਵਿੱਚੋਂ ਵਿਖਾਈ। ਕਹਿਣ ਲੱਗਾ ਵੇਖੋ ਮੇਰੀ ਕਿਰਪਾਨ ਸ੍ਰੀ ਸਾਹਿਬ। ਫਿਰ ਦੂਜੇ ਨੂੰ ਲਾਗੂ ਆਖਿਆ ਕਿ ਤੂੰ ਆਪਣੀ ਕਿਰਪਾਨ ਜਿਹੜੀ ਕੱਢ ਕਰਕੇ ਵਿਖਾ। ਉਹਨੇ ਕਹੀ ਸਭ ਸੋ ਭਟ ਕਿਰਪਾਨ ਕਰੋ ਦਿਖਾਵਨ ਅਲਪ ਮਹਾਨ। ਫਿਰ ਪੁਨੇ ਕਹੀ ਸਭ ਸੁਭਟੁੰਦੇ ਸੂਰਮੇ, ਬਾਕੀ ਸੂਰਮੇ ਨੂੰ ਕਿਹਾ ਵੀ ਤੁਸੀਂ ਵੀ ਆਪਣੀਆਂ ਆਪਣੀਆਂ ਕਿਰਪਾਨਾਂ ਕੱਢ ਕੇ ਵਿਖਾਵੋ। ਕਰੋ ਦਿਖਾਵਨ ਅਪ ਮਹਾਨ, ਜਿਹੜਾ ਵੀ ਕੋਈ ਛੋਟਾ ਵੱਡਾ ਸੂਰਮਾ ਹੈ ਉਹ ਸਾਰੇ ਆਪਣੀ ਸ੍ਰੀ ਸਾਹਿਬਾਂ ਕਿਰਪਾਨਾਂ ਵਿਖਾਉਣ। ਸੁਨਤ ਮੁਗਲ ਤੇ ਡਰਤ ਤਲੋਕੇ ਕਹਿ ਕਹਾਂ ਮਮ ਖੜਗ ਬਲੋਕੇ। ਜਦੋਂ ਮੁਗਲ ਕੋਲੋਂ ਇਹ ਗੱਲ ਸੁਣੀ ਭਾਈ ਤਲੋਕੇ ਦਾ ਮਨ ਇੱਕ ਵਾਰੀ ਕਾਫੀ ਡਰਿਆ, ਕਾਫੀ ਭੈ ਵਿੱਚ ਆਇਆ ਕਿ ਮੈਂ ਤਾਂ ਮਨ 'ਚ ਦਇਆ ਕਰਕੇ ਤਰਸ ਕਰਕੇ ਐਸਾ ਕੀਤਾ ਸੀ ਤੇ ਅੱਜ ਤਾਂ ਬੜੀ ਬਦਨਾਮੀ ਹੋਵੇਗੀ, ਨਾਲੇ ਗੁਰੂ ਕਾ ਸਿੱਖ ਹਾਂ। ਮਨ 'ਚ ਭੈ ਪੈਦਾ ਹੋਇਆ, ਵਿਅਕਤੀਗਤ ਨਹੀਂ ਸਗੋਂ ਕਿ ਗੁਰੂ ਕੀ ਸਿੱਖੀ ਨੂੰ ਲਾਜ ਲੱਗੇਗੀ। ਲੋਕ ਕਹਿਣਗੇ ਲੈ ਗੁਰੂ ਕਾ ਸਿੱਖ ਝੂਠੀ ਐਵੇਂ ਤਨਖਾਹ ਲਈ ਜਾਂਦਾ, ਝੂਠ ਨੌਕਰੀ ਕਰ ਰਿਹਾ ਸੀ ਤੇ ਕਾਹਦੀ ਰੱਖਿਆ ਕਰਨੀ ਸੀ ਹਾਕਮ ਦੀ, ਬਦਨਾਮੀ ਹੋਵੇਗੀ। ਕਹੇ ਕਹਾ ਮਮ ਖੜਗ ਬਲੋਕੇ, ਜਦੋਂ ਸਾਰੇ ਸਭਾ ਵਿੱਚ ਮੇਰੀ ਕਿਰਪਾਨ ਨੂੰ ਵੇਖਣਗੇ
ਤੇ ਮੁਗਲ ਸਮੇਤ ਬਾਕੀ ਸਾਰੇ ਵੇਖ ਕੇ ਕੀ ਕਹਿਣਗੇ, ਕੀ ਸੋਚਣਗੇ। ਤਬ ਸਤਿਗੁਰ ਔਰ ਸਿਮਰਨ ਕਰੇ, ਮੈਂ ਉਪਦੇਸ਼ ਆਪ ਕੋ ਤੇ ਧਰੇ। ਹੁਣ ਸਿੱਖ ਦਾ ਆਸਰਾ ਕੀ ਹੈ? ਸਤਿਗੁਰੂ ਪਾਤਸ਼ਾਹ ਦਾ ਇਤਿਹਾਸ ਸਾਨੂੰ ਇਹੀ ਦੱਸਦਾ ਕਿ ਜਦੋਂ ਕਿਸੇ ਐਸਾ ਜਾਂ ਔਖਾ ਸਮਾਂ ਬਣ ਜਾਵੇ, ਦ੍ਰੋਪਦੀ ਨੇ ਭੱਜ ਭੱਜ ਤਰਲੇ ਲੈ, ਕਦੇ ਭੀਸ਼ਮ ਪਿਤਾਮੇ ਦੇ ਗੋਡੇ ਫੜੇ, ਕਦੀ ਅੰਨੇ ਧ੍ਰਿਸ਼ਟ ਰਾਸ਼ਟਰ ਦੇ ਜਾ ਕੇ ਸਾਹਮਣੇ ਹੱਥ ਜੋੜੇ, ਉਹਨੂੰ ਹੱਥ ਜੋੜੇ ਜਿਹਨੂੰ ਦਿਸਦਾ ਹੀ ਕੱਖ ਨਹੀਂ ਸੀ। ਕਦੀ ਪੰਜ ਪਾਂਡਵਾਂ ਨੂੰ ਝਿੜਕਾਂ ਪਾ ਰਹੀ ਸੀ, ਲਾਂਤਾਂ ਪਾ ਰਹੀ ਸੀ, ਕਾਹਦੇ ਤੁਸੀਂ ਮਰਦ ਜੇ। ਆਪਣੀ ਧਰਮ ਪਤਨੀ ਦੇ ਇਸ ਤਰ੍ਹਾਂ ਵਸਤਰ ਉਤਾਰੇ ਜਾਣ, ਬਦਨਾਮੀ ਹੋ ਰਹੀ ਹੋਵੇ ਤੇ ਤੁਸੀਂ ਧੌਣਾ ਸੁੱਟ ਕੇ ਬੈਠੇ ਹੋ। ਕਿਰਪਾਚਾਰੀਆ ਵਰਗਾ ਗੁਰੂ, ਸ਼ਾਸਤਰ ਵਿਦਿਆ ਦਾ ਗੁਰੂ ਦਰੋਣਾਚਾਰੀਆ ਜਦੋਂ ਧੌਣਾ ਸੁੱਟ ਕੇ ਬੈਠੇ ਸੀ, ਉਦੋਂ ਕੇਵਲ ਹਾ ਹਾ ਹਰੇ ਕ੍ਰਿਸ਼ਨ ਧਿਆਨ ਦੀ, ਫਿਰ ਅਖੀਰ ਮਾਲਕ ਨੂੰ ਯਾਦ ਕੀਤਾ, ਪਰਮੇਸ਼ਰ ਦਾ ਆਸਰਾ ਲਿਆ, ਫਿਰ ਮਾਲਕ ਨੇ ਪੱਤ ਰੱਖੀ, ਇੱਜ਼ਤ ਰੱਖੀ। ਹੁਣ ਦ੍ਰੋਪਦੀ ਲਾਜ ਰੱਖੀ ਹਰ ਪ੍ਰਭ ਜੀ, ਸ਼ੀਨਤ ਬਸਤਰ ਦੀਨ ਬਹੁ ਸਾਜ, ਅਨੇਕਾਂ ਸਾੜੀਆਂ ਸਜਾ ਦਿੱਤੀਆਂ। ਤੇ ਲਾਉਣ ਵਾਲੇ ਸੋਚਦੇ ਸੀ ਸਾੜੀ ਹੈ ਕਿ ਨਾਰੀ ਹੈ, ਨਾਰੀ ਹੈ ਕਿ ਸਾੜੀ ਹੈ, ਇਹ ਔਰਤ ਹੈ ਕਿ ਜਾਂ ਕੱਪੜਿਆਂ ਦੀ ਗੱਠ ਹੈ, ਤੇ ਕੱਪੜੇ ਨਹੀਂ ਮੁੱਕਦੇ। ਸੋ ਜਦੋਂ ਕੋਈ ਮਾਲਕ ਦਾ ਆਸਰਾ ਲਵੇ, ਮਾਲਕ ਸਹਾਇਤਾ ਕਰਦਾ, ਤਦੋਂ ਭਾਈ ਤਲੋਕੇ ਦਾ ਧਿਆਨ ਸਤਿਗੁਰੂ ਦੇ ਚਰਨਾਂ ਵੱਲ ਆਇਆ। ਸਾਹਿਬਾਂ ਨੂੰ ਯਾਦ ਕੀਤਾ, ਮਹਾਰਾਜ ਕਿਰਪਾ ਕਰੋ, ਮੈਂ ਉਪਦੇਸ਼ ਆਪ ਕੋ ਧਰੇ। ਮੈਂ ਤਾਂ ਆਪ ਦਾ ਉਪਦੇਸ਼ ਧਾਰਨ ਕੀਤਾ ਸੀ, ਪਰ ਕੀ ਪਤਾ ਸੀ ਗੁਰੂ ਕਈ ਵਾਰੀ ਕਸਵੱਟੀਆਂ ਵੀ ਲਾ ਦਿੰਦੇ ਆ। ਸੋ ਮਹਾਰਾਜ ਮੈਂ ਤਾਂ ਆਪ ਦਾ ਉਪਦੇਸ਼ ਮੰਨਿਆ ਸੀ। ਰਹੋ ਅਹਿੰਸਤ ਜੀ ਤਰਵਾਰ, ਉਗਰੈ ਪਰਦਾ ਸਭਾ ਮੰਝਾਰ। ਆਪ ਜੀ ਨੇ ਉਪਦੇਸ਼ ਦਿੱਤਾ ਸੀ ਕਿ ਸਦਾ ਅਹਿੰਸ ਰਹਿਣਾ, ਹਿੰਸਾ ਨਹੀਂ ਕਰਨੀ, ਦਇਆ ਕਰਨੀ ਹੈ। ਇਸ ਵਾਸਤੇ ਮੈਂ ਤਲਵਾਰ ਛੱਡ ਦਿੱਤੀ ਸੀ। ਤੇ ਮਹਾਰਾਜ ਹੁਣ ਤਾਂ ਸਭਾ ਵਿੱਚ ਮੇਰਾ ਪਰਦਾ ਹੀ ਉਗੜ ਜਾਣਾ ਹੈ, ਹੁਣ ਤਾਂ ਰਾਜ ਖੁੱਲ ਜਾਣਾ ਹੈ। ਤੇ ਵੇਖਣ ਵਾਲੇ ਫਿਰ ਕੀ ਕਹਿਣਗੇ, ਅਬ ਮੇਰੀ ਤੁਮ ਕਰੋ ਸਹਾਈ, ਜਥਾ ਦ੍ਰੋਪਦੀ ਲਾਜ ਬਚਾਈ। ਤੇ ਹੁਣ ਮਹਾਰਾਜ ਮੈਨੂੰ ਤੁਹਾਡੀ ਸਹਾਇਤਾ ਦੀ ਲੋੜ ਹੈ, ਕਿਰਪਾ ਕਰੋ। ਹੁਣ ਇੱਥੇ ਕਿਸੇ ਨੇ ਨਹੀਂ ਜੀ ਸਹਾਇਤਾ ਕਰਨੀ, ਕਿਸੇ ਨੇ ਬੌੜੀ ਨਹੀਂ ਕਰਨੀ, ਤੁਸੀਂ ਕਿਰਪਾ ਕਰੋ, ਹੁਣ ਮੇਰੀ ਸਹਾਇਤਾ ਕਰੋ ਸਹਾਈ। ਕਿਵੇਂ? ਜਥਾ ਦ੍ਰੋਪਦੀ ਲਾਜ ਬਚਾਈ। ਜਥਾ ਜਿਵੇਂ ਤੁਸੀਂ ਦ੍ਰੋਪਦੀ ਦੀ ਪੱਤ ਰੱਖੀ, ਇੱਕ ਅਬਲਾ ਦੀ ਪੱਤ ਢੱਕੀ ਸੀ ਮਹਾਰਾਜ, ਇਸੇ ਤਰ੍ਹਾਂ ਮੇਰੀ ਵੀ ਅੱਜ ਇੱਜ਼ਤ ਦਾ ਸਵਾਲ ਹੈ। ਕਿਰਪਾ ਕਰੋ ਮਹਾਰਾਜ, ਮੇਰੀ ਵੀ ਇੱਜ਼ਤ ਬਚਾਓ। ਪਰਦਾ ਸਵਾ ਵਿਖੇ ਤਿਸ ਰਾਖਾ, ਪੂਰੀ ਨ ਦੁਸ਼ਟਨ ਕੀ ਅਬਲਾਖਾ। ਮਹਾਰਾਜ ਤੁਸੀਂ ਹੀ ਦ੍ਰੋਪਦੀ ਦਾ ਪਰਦਾ ਰੱਖਿਆ ਸੀ ਸਭਾ ਵਿੱਚ। ਅੰਦਰ ਸਭਾ ਦੁਸ਼ਾਸਨੇ ਮੱਥੇ ਵਾਲ ਦ੍ਰੋਪਦੀ ਆਂਦੀ, ਕੇਸਾਂ ਤੋਂ ਧੂ ਕਰਕੇ ਖਿੱਚ ਕਰਕੇ ਦੁਸ਼ਾਸਨ ਦੁਸ਼ਟ ਨੇ ਲਿਆਂਦੀ ਸੀ ਦ੍ਰੋਪਦੀ। ਸੋ ਉਹਦਾ ਪਰਦਾ ਰੱਖਿਆ ਸੀ ਮਹਾਰਾਜ, ਜਿਵੇਂ ਸਭਾ ਦੇ ਵਿੱਚ ਪੁਰੀ ਨਾ ਦੁਸ਼ਟਨ ਕੀ ਅਬਲਾਖਾ, ਜੋ ਕਹਿੰਦੇ ਸੀ ਕਿ ਇਸ ਨੂੰ ਨਗਨ ਕੀਤਾ ਜਾਏ ਤੇ ਕੱਪੜੇ ਲਾਏ ਜਾਣ। ਉਹਨਾਂ ਦੁਸ਼ਟਾਂ ਦਾ ਜ਼ੋਰ ਬਥੇਰਾ ਲਾਇਆ, ਪਰ ਮਹਾਰਾਜ ਉਹਨਾਂ ਦੁਸ਼ਟਾਂ ਦੀ ਇੱਛਾ ਪੂਰੀ ਨਹੀਂ ਸੀ ਹੋਈ। ਤਿਮ ਮੇਰੀ ਅਬਲਾਜ ਰਖੀ ਜਾ, ਸਭਾ ਵਿਖੇ ਕਰ ਖੜਗ ਦਿਖੀ ਜਾ। ਤਿਵੇਂ ਹੀ ਮਹਾਰਾਜ ਅਬ ਲਾਜ ਰੱਖੀ ਜੇ, ਹੁਣ ਮੇਰੀ ਵੀ ਲਾਜ, ਮੇਰੀ ਵੀ ਇੱਜ਼ਤ ਮਹਾਰਾਜ ਇਸੇ ਤਰ੍ਹਾਂ ਹੀ ਰੱਖੋ, ਜਿਵੇਂ ਦ੍ਰੋਪਦੀ ਦੀ ਇੱਜ਼ਤ ਬਚਾਈ ਸੀ। ਸਭਾ ਵਿਖੇ ਕਰ ਖੜਗ ਦਿਖੀਜੇ। ਜਦੋਂ ਮੈਂ ਆਪਣੀ ਤਲਵਾਰ ਸਭਾ ਵਿੱਚ ਵਿਖਾਵਾਂ, ਇਹ ਫੌਲਾਦ ਦੀ ਕਿਰਪਾਨ ਚਮਕਾਰੇ ਮਾਰਦੀ, ਅੱਖਾਂ ਚੰਦਿਆ ਦੇਣ ਵਾਲੀ ਸਾਰਿਆਂ ਨੂੰ ਦੱਸੇ। ਇੱਕ ਅੱਖਾਂ ਸਾਰਿਆਂ ਦੇ ਬੰਦ ਹੋ ਜਾਣ, ਇੰਨੀ ਚਮਕ ਹੋਵੇ ਇਸ ਕਿਰਪਾਨ ਵਿੱਚ। ਕਿਰਪਾ ਕਰ ਦੋ ਮਹਾਰਾਜ, ਤੁਹਾਡੇ ਵਾਸਤੇ ਕਿਹੜਾ ਔਖਾ ਹੈ। ਮਹੇ ਤਹੇ ਰਹਿ ਕਾਠ ਕਿਰਪਾਨ, ਕਰੈ ਮੁਗਲ ਮੇਰੀ ਤਬਹਾਨ। ਤੇ ਨਹੀਂ ਤਾਂ ਜਦੋਂ ਇਹ ਮੁਗਲ ਹਾਕਮ ਮੇਰੀ ਕਾਠ ਦੀ ਲੱਕੜ ਦੀ ਕਿਰਪਾਨ ਵਿਹੇਰੇ ਦਾ ਵੇਖੇਗਾ, ਕਿਰਪਾਨ ਵੇਖੇਗਾ ਨਾ ਜਦੋਂ ਕਾਠ ਦੀ ਲੱਕੜ ਦੀ, ਤੇ ਇਹ ਮੁਗਲ ਜਿਹੜਾ ਮੇਰੀ ਹਾਨੀ ਕਰੇਗਾ, ਨੁਕਸਾਨ ਕਰੇਗਾ, ਨੌਕਰੀਆਂ ਕੱਢ ਦੇਵੇਗਾ, ਫਿਰ ਬਦਨਾਮੀ ਕਰੇਗਾ। ਜੀ ਵੇਖੋ ਸਿੱਖ ਬਣ ਕੇ ਐਸਾ ਧੋਖਾ ਕਰਦਾ ਪਿਆ ਸੀ, ਬਦਨਾਮੀ ਹੋਵੇਗੀ। ਮਹਾਰਾਜ ਫਿਰ ਕਿਰਪਾ ਕਰੋ, ਇਸ ਬਦਨਾਮੀ ਤੋਂ, ਇਸ ਬੇਇੱਜ਼ਤੀ ਤੋਂ ਤੁਸੀਂ ਬਚਾ ਲਓ ਜੀ। ਮਨ ਹੀ ਮਨ ਹੈ ਮਨਾਵਤ ਗੁਰ ਕੋ, ਟਹਿਲ ਰਹਿਓ ਨਹ ਧੀਰ ਜਿਉਰ ਕੋ। ਭਾਈ ਸਾਹਿਬ ਮਨ ਹੀ ਮਨ ਅਰਦਾਸਾਂ ਕਰ ਰਿਹਾ ਹੈ, ਸੱਚੇ ਦਿਲ ਤੋਂ ਕੀਤੀ ਹੋਈ ਅਰਦਾਸ ਗੁਰੂ ਸੁਣਦਾ ਹੈ।
ਮਨ ਹੀ ਮਨ ਹੈ ਮਨਾਵਤ ਗੁਰ ਕੋ, ਮਨ ਹੀ ਮਨ ਚ ਗੁਰੂ ਸਾਹਿਬ ਨੂੰ ਮਨਾ ਰਿਹਾ। ਆਸ ਧਾਰ ਕੇ ਅਰਦਾਸਾਂ ਕਰਦਾ, ਮਹਾਰਾਜ ਕਿਰਪਾ ਕਰੋ, ਸਹਾਇਤਾ ਕਰੋ। ਦੈਲ ਰਹਿਓ ਨੇ ਧੀਰੇ ਜੁਰਕ ਨਾਲ, ਹਿਰਦਾ ਵੀ ਬੜਾ ਦੈਲ ਰਿਹਾ, ਭੈ ਦੇ ਸੰਯੁਗਤ ਹੈ ਤੇ ਮਨ 'ਚ ਹੌਸਲਾ ਵੀ ਨਹੀਂ ਆ ਰਿਹਾ, ਘਬਰਾਹਟ ਵੀ ਹੋ ਰਹੀ ਹੈ, ਪਰ ਨਾਲ ਬੇਨਤੀਆਂ ਕਰੀ ਜਾ ਰਿਹਾ ਹੈ, ਅਰਦਾਸਾਂ ਕਰੀ ਜਾ ਰਿਹਾ ਹੈ। ਤਬ ਸਤਿਗੁਰ ਨਿਜ ਦਾਸ ਵਿਚਾਰਾ, ਭੈ ਸਹਾਇਕ ਲਾਏ ਨਾ ਥਾਰਾ। ਤਦੋਂ ਸਤਿਗੁਰੂ ਪਾਤਸ਼ਾਹ ਜੀ ਨੇ ਆਪਣਾ ਦਾਸ ਵਿਚਾਰ ਕਰਕੇ ਨਾ ਭਾਈ ਤਲੋਕੇ ਜੀ ਨੂੰ ਭੈ ਸਹਾਇਕ ਲਾਏ ਨਾ 12 ਹੁੰਦੀ ਢੇਰ ਵਕਤ। ਸਤਿਗੁਰੂ ਪਾਤਸ਼ਾਹ ਜੀ ਤੁਰੰਤ ਸਹਾਈ ਹੋ ਗਏ, ਛੇਤੀ ਸਾਹਿਬਾਂ ਸਹਾਇਤਾ ਕਰ ਦਿੱਤੀ ਤੇ 12 ਢੇਰ ਨਹੀਂ ਲਾਈ, ਵਕਤ ਨਹੀਂ ਜ਼ਿਆਦਾ ਜਾਇਆ ਕੀਤਾ, ਛੇਤੀ ਹੀ ਮਹਾਰਾਜ ਸਹਾਈ ਹੋ ਗਏ। ਗਜਨੀ ਦੇ ਦੇਸ਼ ਤੋਂ ਕੀਤੀ ਅਰਦਾਸ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਆ ਪਹੁੰਚੀ, ਕਿਉਂਕਿ ਉਸ ਅਰਦਾਸ ਨੂੰ ਆਉਣ ਵਾਸਤੇ ਕਿਸੇ ਸਾਧਨ ਦੀ ਲੋੜ ਨਹੀਂ ਸੀ। ਉਹ ਇੱਕ ਦਿਲ ਦੀ ਤਾਰ ਸੀ ਜੋ ਆਤਮ ਗਿਆਨੀ ਗੁਰੂ ਅਰਜਨ ਦੇਵ ਪਾਤਸ਼ਾਹ ਦੇ ਚਰਨਾਂ ਵਿੱਚ ਆ ਪਹੁੰਚੀ ਤੇ ਸਾਹਿਬਾਂ ਨੇ ਤੁਰੰਤ ਜਾ ਕੇ ਸਹਾਇਤਾ ਕੀਤੀ। ਜਲ ਸਮ ਸਵਰ ਕੇ ਇਮ ਖੜਗ ਬਲੋਕੇ, ਕਹਿਓ ਕਿ ਤੂੰ ਪੀਤ ਖਾਵੋ ਤਲੋਕੇ। ਜਦੋਂ ਹਾਕਮ ਨੇ ਸਾਰਿਆਂ ਦੇ ਖੜਗ ਕਿਰਪਾਨਾਂ ਵੇਖ ਲਈਆਂ, ਚੈੱਕ ਕਰ ਲਈਆਂ ਤੇ ਭਾਈ ਤਲੋਕੇ ਨੂੰ ਆਖਿਆ, ਭਾਈ ਤਲੋਕਿਆ ਤੂੰ ਵੀ ਆਪਣੀ ਕਿਰਪਾਨ ਵਿਖਾਉਣਾ ਕਰ। ਕਿਸ ਪ੍ਰਕਾਰ ਕੋ ਰਾਖਤ ਪਾਸ, ਕੋ ਤਕਮਾ ਕਰ ਹੈ ਨਿਰਜਾਸ। ਤੇ ਕਿਸ ਪ੍ਰਕਾਰ ਦੀ ਕਿਰਪਾਨ ਤਲਵਾਰ ਖੜਗ ਤੂੰ ਆਪਣੇ ਕੋਲ ਰੱਖਦਾ ਹੈ, ਤੇਰੀ ਕਿਰਪਾਨ ਤੇ ਤਕਮਾ ਤੁਰਕੀ ਦਾ ਸ਼ਬਦ ਇੱਥੇ ਹੈ, ਜਿਸ ਦਾ ਅਰਥ ਹੁੰਦਾ ਮੋਹਰ, ਛਾਪ। ਕਿਹੜੀ ਛਾਪ ਤੇਰੀ ਕਿਰਪਾਨ ਤੇ ਲੱਗੀ ਹੈ? ਕਹਿਓ ਤੋ ਲੋਕੇ ਤਕਮਾ ਗੁਰ ਕੋ, ਮੋਰ ਖੜਗ ਪਰ ਨਹੀਂ ਅਪਰ ਕੋ। ਭਾਈ ਤਲੋਕੇ ਆਖਿਆ, ਹਾਕਮ ਜੀ ਮੇਰੀ ਤਲਵਾਰ ਦੇ ਉੱਪਰ ਨਾ ਗੁਰੂ ਦਾ ਤਕਮਾ ਹੈ, ਗੁਰੂ ਦੀ ਮੋਹਰ ਹੈ, ਗੁਰੂ ਦੀ ਛਾਪ ਹੈ। ਗੁਰੂ ਦੀ ਛਾਪ ਤੋਂ ਬਿਨਾਂ ਮੇਰੀ ਤਲਵਾਰ ਤੇ ਹੋਰ ਕਿਸੇ ਦੀ ਛਾਪ ਹੋ ਹੀ ਨਹੀਂ ਸਕਦੀ। ਮੇਰੇ ਸਤਿਗੁਰੂ ਦੀ ਮੋਹਰ ਹੈ ਤੇ ਗੁਰੂ ਮੇਰਾ ਸਮਰੱਥ ਹੈ, ਉਸ ਮੋਹਰ ਵਾਲੀ ਤਲਵਾਰ ਹੀ ਮੇਰੇ ਕੋਲ ਹੈ। ਜਸ ਸਤਿਗੁਰ ਨੇ ਦੀਨ ਸਮੋਹੀ, ਬਹਿਰ ਨਿਕਾਸ ਦਿਖਾਵੇਂ ਤੋਹੀ। ਤੇ ਜਿਹੋ ਜੀ ਤਲਵਾਰ ਮੈਨੂੰ ਗੁਰੂ ਨੇ ਬਖਸ਼ੀ ਨੇ, ਇੱਥੇ ਹੁਣ ਭਾਈ ਸਾਹਿਬ ਦਾ ਭਰੋਸਾ ਵੱਜ ਚੁੱਕਾ ਹੈ ਕਿ ਜਦੋਂ ਮੈਂ ਕਿਰਪਾਨ ਮਿਆਨ ਚੋਂ ਖਿੱਚੀ, ਉਹਨੇ ਇੰਨੇ ਚਮਕਾਰੇ ਮਾਰਨੇ ਨੇ ਤੇ ਇਹਨਾਂ ਸਾਰਿਆਂ ਦੀਆਂ ਕਿਰਪਾਨਾਂ ਦੀ ਆਭਾ ਫਿੱਕੀ ਪੈ ਜਾਣੀ ਹੈ, ਹਾਕਮ ਨੇ ਵੇਖਦੇ ਰਹਿ ਜਾਣਾ ਹੈ। ਹੁਣ ਭਰੋਸਾ ਆ ਚੁੱਕਾ ਭਾਈ ਸਾਹਿਬ ਨੂੰ ਤੇ ਆਖਿਆ ਕਿ ਜਿਹੋ ਜੀ ਕਿਰਪਾਨ ਸਤਿਗੁਰੂ ਪਾਤਸ਼ਾਹ ਨੇ ਮੈਨੂੰ ਦਿੱਤੀ ਬਖਸ਼ੀ ਹੈ ਨਾ, ਵੈਰ ਨਿਕਾਸ ਦਿਖਾਵਾਂ ਤੋਹੀ, ਉਹ ਕਿਰਪਾਨ ਮਿਆਨ ਚੋਂ ਬਾਹਰ ਕੱਢ ਕੇ ਤੈਨੂੰ ਹੁਣੇ ਵਿਖਾਉਂਦਾ ਹਾਂ। ਵਾਹਿਗੁਰੂ ਕਾ ਖੈਂਚ ਨਿਕਾਰਾ, ਨਿਕਸੇ ਭਇਓ ਪ੍ਰਕਾਸ਼ ਉਦਾਰਾ। ਭਾਈ ਸਾਹਿਬ ਜੀ ਨੇ ਵਾਹਿਗੁਰੂ ਸ਼ਬਦ ਦਾ ਉਚਾਰਨ ਕਰਕੇ ਜਦੋਂ ਹੀ ਮਿਆਨ ਵਿੱਚੋਂ ਕਿਰਪਾਨ ਖਿੱਚੀ, ਉਹ ਕਲਾ ਵਰਤ ਕੇ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਦੀ ਬਖਸ਼ਿਸ਼ ਹੋ ਗਈ। ਨਿਕਸੇ ਭਇਓ ਪ੍ਰਕਾਸ਼ ਉਦਾਰਾ, ਬੜਾ ਪ੍ਰਕਾਸ਼ ਹੋਇਆ, ਤਲਵਾਰ ਵਿੱਚੋਂ ਚਮਕ ਪੈਦਾ ਹੋਈ, ਲਿਸ਼ਕਾਰੇ ਵੱਜੇ, ਆਸੇ ਪਾਸੇ ਵੀ ਉਸ ਕਿਰਪਾਨ ਦੀ ਜਿਹੜੀ ਲਿਸ਼ਕ ਸੀ ਸਾਰਿਆਂ ਦੀਆਂ ਅੱਖਾਂ ਚੋਂ ਧਿਆ ਗਈ। ਇੱਕ ਵਾਰੀ ਤਾਂ ਅੱਖਾਂ ਹੀ ਬੰਦ ਹੋ ਗਈਆਂ, ਕਿਉਂਕਿ ਉਹ ਸਤਿਗੁਰੂ ਪਾਤਸ਼ਾਹ ਜੀ ਦੀ ਬਰਕਤ ਵਰਤੀ, ਬਖਸ਼ਿਸ਼ ਵਰਤੀ। ਇੰਨਾ ਪ੍ਰਕਾਸ਼, ਇੰਨੀ ਰੌਸ਼ਨੀ, ਇੰਨੀ ਚਮਕਾਰੇ ਮਾਰਦੀ ਪਈ ਉਹ ਤਲਵਾਰ, ਜਿਹੜੀ ਹੈ ਕਾਠ ਦੀ ਸੀ, ਲੱਕੜ ਦੀ ਸੀ, ਪਰ ਉਹ ਫਲਾਦ ਦੀ ਬਣ ਗਈ। ਗੁਰੂ ਵਾਸਤੇ ਕੁਛ ਵੀ ਅਸੰਭਵ ਨਹੀਂ ਹੈ, ਗੁਰੂ ਸਮਰੱਥ ਹੈ, ਗੁਰੂ ਜੋ ਚਾਹੇ ਕਰ ਸਕਦਾ ਹੈ। ਗੁਰੂ ਨੂੰ ਆਪਣੇ ਵਰਗਾ ਕਦੇ ਵਿਅਕਤੀ ਸਮਝਣ ਦੀ ਭੁੱਲ ਨਾ ਕਰਨੀ, ਫਿਰ ਗੁਰੂ ਕੋਲੋਂ ਕੁਛ ਨਹੀਂ ਮਿਲ ਸਕਦਾ। ਗੁਰੂ ਆਤਮ ਗਿਆਨੀ, ਆਤਮਿਕ ਮੰਡਲਾਂ ਦਾ ਵਾਸੀ, ਬ੍ਰਹਮ ਦਾ ਸਰੂਪ ਹੈ। ਤਾਂ ਇਹ ਗੁਰੂ ਅਰਜਨ ਦੇਵ ਪਾਤਸ਼ਾਹ ਨੇ ਵਾਰ-ਵਾਰ ਆਖਿਆ ਕਿ ਅਪਰੰਪਰ ਪਾਰ ਬ੍ਰਹਮ ਪਰਮੇਸ਼ਰ, ਨਾਨਕ ਗੁਰ ਮਿਲਿਆ ਸੋਈ ਜੀਉ। ਗੁਰ ਪਰਮੇਸ਼ਰ ਏਕੋ ਜਾਨ, ਪਾਰ ਬ੍ਰਹਮ ਗੁਰ ਨਾਹੀ ਭੇਦ। ਗੁਰੂ ਪਾਰ ਬ੍ਰਹਮ ਹੈ, ਪਰਮੇਸ਼ਰ ਹੈ। ਤੇ ਜਦੋਂ ਗੁਰੂ ਆਖ ਰਿਹਾ ਨੇ ਗੁਰੂ ਅਰਜਨ ਦੇਵ ਪਾਤਸ਼ਾਹ, ਗੁਰੂ ਨਾਨਕ ਪਾਰ ਬ੍ਰਹਮ ਹੈ, ਤੇ ਫਿਰ ਕਿਸੇ ਦੁੱਕੀ ਤਿੱਕੀ ਦੇ ਪ੍ਰਚਾਰਕ ਦੀ ਗੱਲ ਮੰਨਣ ਦੀ ਲੋੜ ਨਹੀਂ ਹੈ, ਕਿਸੇ ਨਾਸਤਿਕ ਦੀ ਗੱਲ ਮੰਨਣ ਦੀ ਲੋੜ ਨਹੀਂ ਕਿ ਗੁਰੂ ਕੌਣ ਹੈ, ਕਿਸੇ
ਊਣੇ ਵਿਅਕਤੀ ਨੂੰ ਗੁਰੂ ਦੀ ਪਰਿਭਾਸ਼ਾ ਪੁੱਛਣ ਦੀ ਲੋੜ ਨਹੀਂ ਕਿ ਗੁਰੂ ਕੌਣ ਹੁੰਦਾ। ਗੁਰੂ ਗ੍ਰੰਥ ਸਾਹਿਬ ਨੂੰ ਪੁੱਛ ਲਿਆ ਜਾਵੇ ਕਿ ਗੁਰੂ ਕੌਣ ਹੈ। ਜਿਸ ਮਿਲੇ ਮਨ ਹੋਏ ਆਨੰਦ, ਸੋ ਸਤਿਗੁਰ ਕਹੀਐ। ਮਨ ਕੀ ਦੁਬਿਧਾ ਬਿਨ ਸਜਾਏ, ਹਰ ਪਰਮ ਪਦ ਲਹੀਏ। ਗੁਰੂ ਇਹ ਅਵਸਥਾ ਦਾ ਮਾਲਕ ਹੈ। ਬਹੁਤ ਭਾਰੀ ਭਾਈ ਸਾਹਿਬ ਕਹਿੰਦੇ ਸ੍ਰੇਸ਼ਟ ਪ੍ਰਕਾਸ਼ ਹੋਇਆ। ਤਲਵਾਰ ਜਿਹੜੀ ਸੀ ਚਮਕਾਰੇ ਮਾਰਨ ਲੱਗੇ। ਅਸ ਦੇਖਨ ਧਾਰਾ ਅਸ ਕੇਰੀ, ਨਹੀਂ ਅਪਰ ਕੇ ਇਸ ਵਿਦੇ। ਇਹੋ ਜੀ ਤਿੱਖੀ ਧਾਰ ਹੈ ਉਸ ਕਿਰਪਾਨ ਦੀ। ਆਸੋਂ ਦੀ ਕਿਰਪਾਨ ਦੀ ਇਹੋ ਜੀ ਤਿੱਖੀ ਧਾਰ ਹੋਰ ਕਿਸੇ ਵੀ ਸਿਪਾਹੀ ਦੀ ਉਹ ਤਲਵਾਰ ਹਾਕਮ ਨੇ ਉਹੋ ਜੀ ਨਹੀਂ ਵੇਖੀ। ਤੇ ਵੇਖ ਕਿਵੇਂ ਸਕਦਾ ਸੀ? ਉਹ ਤਲਵਾਰ ਕੋਈ ਆਮ ਨਹੀਂ ਸੀ। ਉਹ ਤਾਂ ਰੂਹਾਨੀਅਤ ਦੇ ਪੁੰਜ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੀ ਬਰਕਤ ਵਿੱਚੋਂ ਨਿਕਲੀ ਸੀ, ਬਖਸ਼ਿਸ਼ ਵਿੱਚੋਂ ਪੈਦਾ ਹੋਈ ਸੀ। ਤੇ ਜਿਹੜੀ ਕਿਸੇ ਲੁਹਾਰ ਨੇ ਬਣਾਈ ਹੋਵੇ, ਘੜੀ ਹੋਵੇ, ਥੋੜੇ ਮਾਰ ਕੁੱਟੀ ਹੋਵੇ, ਉਹ ਤਲਵਾਰ ਗੁਰੂ ਅਰਜਨ ਦੇਵ ਪਾਤਸ਼ਾਹ ਦੀ ਬਖਸ਼ਿਸ਼ ਦੀ ਬਰਾਬਰੀ ਕਿਵੇਂ ਕਰ ਸਕਦੀ ਸੀ? ਨਹੀਂ ਸੀ ਹੋ ਸਕਦੀ। ਕੋਈ ਲੱਖ ਯਤਨ ਕਰੇ ਨਹੀਂ ਅਪਰ ਕੇ ਇਸ ਵਿਦ ਹੇਰੀ। ਹੋਰ ਕਿਸੇ ਸਿਪਾਹੀ ਦੀ ਤਲਵਾਰ ਇਸ ਵਿਦ ਇਸ ਤਰ੍ਹਾਂ ਦੀ ਨਹੀਂ ਉਸ ਹਾਕਮ ਨੇ ਵੇਖੀ। ਹੇਰਤ ਹਰ ਕਿਉ ਮੁਗਲ ਵਿਸਾਲਾ, ਦੁਗਨਾ ਰੋਜ ਕਰੋ ਤਿਸ ਕਾਲਾ। ਵੇਖ ਕਰਕੇ ਜਿਹੜਾ ਹਾਕਮ ਸੀ ਨਾ ਬੜਾ ਖੁਸ਼ ਹੋਇਆ। ਤੇ ਭਾਈ ਤਲੋਕਾ ਜੀ ਦਾ ਜਿਹੜਾ ਰੋਜ਼ ਦਾ ਜੋ ਮਿਲਦਾ ਸੀ ਇਵਜ਼ਾਨਾ ਨੌਕਰੀ ਦਾ, ਉਹ ਦੁੱਗਣਾ ਕਰ ਦਿੱਤਾ। ਜਿੱਥੇ ਭਾਈ ਸਾਹਿਬ ਨੇ ਲਿਖਿਆ ਹੈ ਕਿ ਉਸ ਸਮੇਂ 50 ਰੁਪਏ ਲਿਖੇ ਰੋਜ਼ ਦੇ, ਭਾਵ 100 ਰੁਪਈਆ ਕਰ ਦਿੱਤਾ। 100 ਰੁਪਈਆ ਦਿਹਾੜੀ ਰੋਜ਼ ਦੀ ਹੋ ਗਈ। ਅੱਧੋ ਅੱਧੀ ਦਾ ਵਾਧਾ ਲੱਗ ਗਿਆ ਭਾਈ ਸਾਹਿਬ ਜੀ ਦੀ ਤਨਖਾਹ ਦੇ ਵਿੱਚ, ਕਿਉਂਕਿ ਸਤਿਗੁਰੂ ਨੇ ਕਲਾ ਵਰਤਾਈ, ਨਾਲੇ ਤਾਂ ਇੱਜ਼ਤ ਰੱਖੀ ਤੇ ਨਾਲੇ ਤਨਖਾਹ ਦੇ ਵਿੱਚ ਵੀ ਵਾਧਾ ਗੁਰੂ ਕਿਰਪਾ ਨਾਲ ਹੋ ਗਿਆ। ਸੋ ਇਸ ਤਰ੍ਹਾਂ ਭਾਈ ਸਾਹਿਬ ਕਹਿੰਦੇ ਦੁੱਗਣਾ ਰੋਜ਼ ਕਰਿਓ ਤਿਸ ਕਾਲਾ। ਜਿਹੜਾ ਹਾਕਮ ਸੀ ਨਾ ਉਹ ਦੂਣੇ ਪੈਸੇ ਉਸ ਨੇ ਉਸ ਸਮੇਂ ਭਾਈ ਤਲੋਕਾ ਜੀ ਦੇ ਕਰ ਦਿੱਤੇ। ਤਨਖਾਹ ਜਿਹੜੀ ਸੀ ਉਹ ਡਬਲ ਕਰ ਦਿੱਤੀ। ਦੰਡ ਦਿਓ ਤਿਸ ਚੋਲੇ ਉਦਾਰਾ, ਮੁਖ ਕਾਰਾ ਕਰ ਬਹਿਰ ਨਿਕਾਰਾ। ਤੇ ਜਿਹੜਾ ਚੁਗਲ ਸੀ ਨਾ, ਜਿਹਨੇ ਚੁਗਲੀ ਲਾਈ ਸੀ, ਤੇ ਉਹਨੇ ਆਪ ਹੀ ਕਿਹਾ ਸੀ ਕਿ ਮੈਨੂੰ ਜੋ ਦੰਡ ਦੇਣਾ ਜੇ ਦੇ ਦਿਓ। ਤੇ ਫਿਰ ਉਸ ਹਾਕਮ ਨੇ ਦੰਡ ਦਿਓ, ਦੰਡ ਦਿੱਤਾ। ਕਿਹੜਾ ਦੰਡ ਦਿੱਤਾ? ਮੁਖ ਕਾਰਾ ਕਰ ਵਹਿਰ ਨਿਕਾਲੋ। ਉਹਦਾ ਮੂੰਹ ਕਾਲਾ ਕਰਕੇ ਨਾ ਤੈਨੂੰ ਬਾਹਰ ਕੱਢ ਦਿੱਤਾ ਸਭਾ ਦੇ ਵਿੱਚ ਹੀ ਕਿਤੇ ਬੈਠਾ ਹੋਵੇਗਾ, ਵੇਂਦਾ ਹੋਵੇਗਾ ਕਿ ਤਮਾਸ਼ਾ ਵੇਖਾਂਗਾ, ਸਿੱਖ ਦੀ ਬਦਨਾਮੀ ਬੇਇੱਜ਼ਤੀ ਹੋਵੇਗੀ। ਪਰ ਜਿਹਦੀ ਪੱਤ ਗੁਰੂ ਢੱਕੇ, ਜਿਹਦੀ ਇੱਜ਼ਤ ਗੁਰੂ ਵਧਾਵੇ, ਉਸ ਦੀ ਕਦੇ ਕੋਈ ਇੱਜ਼ਤ ਨਹੀਂ ਘਟਾ ਸਕਦਾ। ਜਿਸ ਪੱਤ ਰੱਖੇ ਸੱਚਾ ਸਾਹਿਬ, ਨਾਨਕ ਕੋਇ ਨਾ ਮੇਟਨ ਹਾਰਾ। ਉਹਦੀ ਇੱਜ਼ਤ ਨੂੰ ਕਦੇ ਕੋਈ ਖਰਾਬ ਨਹੀਂ ਕਰ ਸਕਦਾ। ਜਿਹਦੀ ਪੱਤ ਸੱਚਾ ਸਾਹਿਬ ਅਕਾਲ ਪੁਰਖ ਸਰੂਪ ਗੁਰੂ ਅਰਜਨ ਦੇਵ ਪਾਤਸ਼ਾਹ ਆਪ ਰੱਖ ਲੈਣ, ਉਸ ਦੁਸ਼ਟ ਨੂੰ ਸਭਾ ਦੇ ਵਿੱਚੋਂ ਬਾਹਰ ਕੱਢ ਦਿੱਤਾ। ਜਿਵੇਂ ਭਾਈ ਸਾਹਿਬ ਜੀ ਅਗਲੀ ਘਟਨਾ ਵੀ ਸੁਣਾਉਣਗੇ, ਇਸੇ ਪ੍ਰਸੰਗ ਦੇ ਅੰਦਰ ਸੁਣਾਂਗੇ। ਇੱਥੋਂ ਤੱਕ ਵਿਚਾਰ ਕਰਦਿਆਂ ਹੋਈਆਂ ਬੇਅੰਤ ਭੁੱਲਾਂ ਦੀ ਮਾਫੀ। ਗੁਰੂ ਕੀ ਸੰਗਤ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਬਖਸ਼ਣਹਾਰ ਹਨ। ਬਖਸ਼ ਲੈਣ ਅੱਗੇ ਵਾਸਤੇ ਸਮਤ ਬਖਸ਼ਣੀ ਜੀ। ਅੰਤਲੀਆਂ ਪੰਕਤੀਆਂ ਪੜ੍ਹਦਿਆਂ ਵਾਹਿਗੁਰੂ ਮੰਤਰ ਦਾ ਜਾਪ ਕਰਦਿਆਂ ਸਮਾਪਤੀ ਹੈ ਜੀ। ਹੇਰਤ ਹਰ ਕਿਉ ਮੁਗਲ ਵਿਸਾਲਾ, ਦੁਗਣਾ ਰੋਜ ਕਰਿਓ ਤਿਸ ਕਾਲਾ। ਦੰਡ ਦਇਓ ਤਿਸ ਚੁਗਲ ਉਦਾਰਾ, ਮੁਖ ਕਾਲਾ ਕਰ ਵਹਿਰ ਨਿਕਾਲਾ। ਵਾਹਿਗੁਰੂ 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 ਵਾਹਿਗੁਰੂ